ਡੀਡੀ ਪੰਜਾਬੀ ਤੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇਖ ਰਹੇ ਸਾਰੇ ਕਿਸਾਨ ਦੋਸਤਾਂ ਦਾ ਨਿੱਘਾ ਸਵਾਗਤ। ਕਿਸਾਨ ਦੋਸਤੋ, ਖੇਤੀ ਖੇਤਰ ਵਿੱਚ ਜਦੋਂ ਵੀ ਅਸੀਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਤਾਂ ਇਹਦੇ ਨਾਲ ਹੀ ਫਸਲੀ ਵਿਭਿੰਨਤਾ ਦੇ ਵਿੱਚ ਸਹਾਇਕ ਕਿੱਤਿਆਂ ਦੀ ਗੱਲ ਵੀ ਅਕਸਰ ਕੀਤੀ ਜਾਂਦੀ ਹੈ। ਮਾਹਿਰਾਂ ਦੇ ਵੱਲੋਂ ਅਕਸਰ ਇਹ ਰਾਏ ਦਿੱਤੀ ਜਾਂਦੀ ਹੈ ਕਿ ਫਸਲੀ ਵਿਭਿੰਨਤਾ ਦੇ ਨਾਲ ਜੇ ਅਸੀਂ ਖੇਤੀ ਖੇਤਰ ਵਿੱਚ ਸਹਾਇਕ ਕਿੱਤਿਆਂ ਨੂੰ ਅਪਣਾਈਏ ਤਾਂ ਖੇਤੀ ਖੇਤਰ ਵਿੱਚ ਸਾਨੂੰ ਬਹੁਤ ਸਾਰਾ ਲਾਹਾ ਮਿਲ ਸਕਦਾ ਔਰ ਇਹਦੇ ਨਾਲ ਹੀ ਜਿਹੜੀ ਸਾਡੀ ਆਮਦਨ ਆ ਉਹਦੇ ਵਿੱਚ ਵੀ ਵਾਧਾ ਹੋ ਸਕਦਾ। ਅੱਜ ਤਕਨੀਕੀ ਖੇਤੀ ਹੋ ਰਹੀ ਹੈ ਔਰ ਤਕਨੀਕੀ ਖੇਤੀ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਚੁਣੌਤੀਆਂ ਵੀ ਨੇ, ਪਰ ਇਹਦੇ ਨਾਲ ਹੀ ਜਿਹੜੇ ਸਾਡੇ ਕੋਲ ਮਾਹਿਰਾਂ ਵੱਲੋਂ ਸਾਨੂੰ ਬਦਲਵੇਂ ਹੱਲ ਵੀ ਦਿੱਤੇ ਗਏ ਨੇ। ਸੋ ਇਸੇ ਤਰ੍ਹਾਂ ਦਾ ਵਿਸ਼ਾ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਖੁੰਬਾਂ ਦੇ ਫਾਰਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਗਰਮੀਆਂ ਦੀ ਰੁੱਤ ਵਿੱਚ ਖੁੰਬਾਂ ਦੀ ਕਾਸ਼ਤ। ਇਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਦਰਮਿਆਨ ਮਾਹਿਰ ਪਹੁੰਚੇ ਨੇ ਡਾਕਟਰ ਸ਼ਿਵਾਨੀ ਸ਼ਰਮਾ ਜੀ, ਜੋ ਕਿ ਮਾਈਕੋਲੋਜਿਸਟ ਨੇ, ਸਹਾਇਕ ਵਿਗਿਆਨੀ ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸੇਵਾ ਨਿਭਾ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਜਿਹੜੀ ਗਰਮੀਆਂ ਦੀ ਰੁੱਤ ਵਿੱਚ ਖੁੰਬਾਂ ਦੀ ਕਾਸ਼ਤ ਆ, ਕੀ ਸਿਰਫ ਅਸੀਂ ਗਰਮੀਆਂ ਦੇ ਵਿੱਚ ਹੀ ਕਰ ਸਕਦੇ ਹਾਂ ਜਾਂ ਪੂਰਾ ਸਾਲ ਕਰ ਸਕਦੇ ਹਾਂ? ਜਿਹੜੀ ਖੁੰਬਾਂ ਦੀ ਕਾਸ਼ਤ ਹੈ ਉਹ ਅਸੀਂ ਸਰ ਗਰਮੀਆਂ ਦੇ ਵਿੱਚ ਵੀ ਕਰ ਸਕਦੇ ਹਾਂ, ਸਰਦੀਆਂ 'ਚ ਵੀ ਕਰ ਸਕਦੇ ਹਾਂ, ਕਿਉਂਕਿ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੈ ਉਹਨੇ 5 ਤਰ੍ਹਾਂ ਦੀ ਖੁੰਬਾਂ ਦੀ ਸਿਫਾਰਿਸ਼ ਕੀਤੀ ਹੈ। ਉਹਨਾਂ ਦੇ ਵਿੱਚੋਂ ਜਿਹੜੀਆਂ 3 ਹੈਗੀ ਸਰਦ 'ਚ ਲਗਾਉਂਦੇ ਆ ਤੇ ਜਿਹੜੀਆਂ 2 ਖੁੰਬਾਂ ਨੇ ਜਿਹਦੀ ਕਿ ਮੈਂ ਹੁਣ ਗੱਲ ਕਰਾਂਗੀ, ਜਿਹਦੇ ਆਪਣਾ ਟੌਪਿਕ ਵੀ ਜਿਹੜਾ ਆਪਣਾ ਇਹੀ ਹੈ ਕਿ ਗਰਮ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ। ਸੋ ਜਿਹੜੀ ਇਹ ਗਰਮ ਰੁੱਤ ਦੀ ਖੁੰਬਾਂ ਨੇ ਇਹ ਮਿਲਕੀ ਖੁੰਬ ਹੈਗੀ ਹੈ ਤੇ ਪਰਾਲੀ ਖੁੰਬ ਹੈ। ਇਹਨਾਂ ਦੋਨਾਂ ਖੁੰਬਾਂ ਦੀ ਕਾਸ਼ਤ ਅਸੀਂ ਤੂੜੀ ਜਾਂ ਪਰਾਲੀ ਦੇ ਉੱਤੇ ਕਰ ਸਕਦੇ ਹਾਂ। ਦੂਜੇ ਨੰਬਰ ਤੇ ਗੱਲ ਹੈਗੀ ਕਿ ਸਾਰਾ ਸਾਲ ਅਸੀਂ ਕੀ ਜਿਹੜੀ ਆਪਣੀ ਬਟਨ ਖੁੰਬ ਹੈ ਜਾਂ ਢੀਂਗਰੀ ਖੁੰਬ ਹੈ ਇਹਨੂੰ ਲਗਾ ਸਕਦੇ ਹਾਂ। ਇਹਨਾਂ ਨੂੰ ਵੀ ਲਗਾ ਸਕਦੇ ਹਾਂ ਕਿਉਂਕਿ ਸਾਡੇ ਕੋਲ ਅੱਜ ਕੱਲ੍ਹ ਫਾਰਮਰਸ ਦੇ ਕੋਲ ਕਲਾਈਮੇਟ ਕੰਟਰੋਲ ਯੂਨਿਟਸ ਆ ਗਏ ਨੇ। ਉਹਦੇ ਨਾਲ ਅਸੀਂ ਤਾਪਮਾਨ ਜਿਹੜਾ ਮੇਨਟੇਨ ਕਰ ਸਕਦੇ ਹਾਂ ਤੇ ਮੇਨਟੇਨ ਕਰਕੇ ਅਸੀਂ ਜਿਹੜਾ ਖੁੰਬਾਂ ਦੀ ਕਾਸ਼ਤ ਕਰਦੇ ਹਾਂ। ਉਹਦੇ ਪੂਰਾ ਸਾਲ ਅਸੀਂ ਖੁੰਬਾਂ ਦੀ ਕਾਸ਼ਤ ਕਰ ਸਕਦੇ ਹਾਂ। ਹੁਣ ਗੱਲ ਇਹ ਹੈ ਵੀ ਅੱਜ ਫਸਲੀ ਵਿਭਿੰਨਤਾ ਦਾ ਜਿਹੜੀ ਗੱਲ ਹੋ ਰਹੀ ਹੈ ਕਿ ਫਸਲੀ ਚੱਕਰ ਨੂੰ ਬਦਲਿਆ ਜਾਵੇ, ਪਰ ਨਾਲ ਇਹ ਵੀ ਹੈ ਕਿ ਖੇਤੀ ਖਰਚੇ ਘਟਾਉਣ ਲਈ ਕੁਝ ਸਹਾਇਕ ਕਿੱਤਿਆਂ ਨੂੰ ਜਿਹੜਾ ਖੇਤੀ ਵਿੱਚ ਅਪਣਾਇਆ ਜਾਵੇ। ਮਾਹਿਰਾਂ ਵੱਲੋਂ ਅਕਸਰ ਇਹਦੀ ਜਿਹੜੀ ਸਲਾਹ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਤੁਸੀਂ ਇਸ ਖੇਤਰ ਵਿੱਚ ਕਾਫੀ ਦੇਰ ਤੋਂ ਕੰਮ ਕਰ ਰਹੇ ਹੋ, ਤੁਹਾਡਾ ਲੰਬਾ ਤਜਰਬਾ ਹੈ। ਜਿਹੜੀ ਖੁੰਬਾਂ ਦੀ ਕਾਸ਼ਤ ਆ, ਜਦੋਂ ਆਪਾਂ ਇਹ ਕਰਦੇ ਹਾਂ, ਇਹਦੀ ਜਿਹੜੀ ਮਾਰਕੀਟ ਲੈਵਲ ਤੇ ਜਾਂ ਆਪਾਂ ਵੈਸੇ ਗੱਲ ਕਰੀਏ ਕਿ ਇਹਦੀ ਮਹੱਤਤਾ ਕੀ ਹੈ? ਖੁੰਬਾਂ ਦੀ ਮਹੱਤਤਾ ਦੀ ਗੱਲ ਕਰਦੇ ਹਾਂ, ਇੱਕ ਤਾਂ ਇਹ ਪੌਸ਼ਟਿਕ ਭਰਪੂਰ ਖੁਰਾਕ ਹੈ। ਇਹਦੇ ਵਿੱਚ ਬਹੁਤ ਹੀ ਵਧੀਆ ਕਿਸਮ ਦੇ ਹਾਈ ਕੁਆਲਿਟੀ ਦੇ ਪ੍ਰੋਟੀਨ ਹੁੰਦੇ ਨੇ। ਉਹ ਤੋਂ ਇਲਾਵਾ ਇਹਦੇ ਵਿੱਚ ਵਿਟਾਮਿਨਸ ਹੁੰਦੇ ਨੇ। ਵਿਟਾਮਿਨ ਬੀ ਦੀ ਗੱਲ ਕਰਦੇ ਆ, ਵਿਟਾਮਿਨ ਡੀ ਜਿਹੜਾ ਕਿ ਅੱਜ ਕੱਲ੍ਹ ਸਾਡੇ ਲਈ ਬਹੁਤ ਸਮੱਸਿਆ ਬਣੀ ਹੋਈ ਹੈ ਕਿ ਸਾਡੇ ਬਜ਼ੁਰਗਾਂ ਨੂੰ ਜਾਂ ਸਾਨੂੰ ਵੀ ਅੱਜ ਕੱਲ੍ਹ ਲੇਡੀਜ਼ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਦੇ ਜੋੜਾਂ 'ਚ ਦਰਦ ਹੁੰਦਾ। ਸੋ ਵਿਟਾਮਿਨ ਡੀ ਜਦੋਂ ਅਸੀਂ ਟੈਸਟ ਵੀ ਕਰਾਉਣ ਜਾਂਦੇ ਹਾਂ ਤਾਂ ਵਿਟਾਮਿਨ ਡੀ ਦੀ ਸਮੱਸਿਆ ਆਉਂਦੀ ਹੈ। ਸੋ ਇਹ ਵਿਟਾਮਿਨ ਡੀ ਦੀ ਸਮੱਸਿਆ ਜਿਹੜੀ ਅਸੀਂ ਖੁੰਬਾਂ ਖਾਣ ਨਾਲ ਜਿਹੜੀ ਦੂਰ ਹੁੰਦੀ ਹੈ। ਉਹ ਤੋਂ ਇਲਾਵਾ ਇਹਦੇ ਵਿੱਚ ਬਹੁਤ ਘੱਟ ਕਿਸਮ ਦਾ ਫੈਟ ਹੈ, ਲੋ ਫੈਟ ਹੈ, ਕੋਲੈਸਟਰੋਲ ਜਿਹੜਾ ਘੱਟ ਹੈ। ਸੋ ਇਹ ਉਹਨਾਂ ਲੋਕਾਂ ਲਈ ਬਹੁਤ ਅੱਛੀ ਡਾਈਟ ਹੈਗੀ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਓਬੈਸਿਟੀ ਦੀ ਜਾਂ ਫਿਰ ਸ਼ੂਗਰ ਦੀ ਪ੍ਰੋਬਲਮ ਹੈਗੀ ਹੈ। ਸੋ ਉਹਨਾਂ ਲਈ ਇਹ ਬਹੁਤ ਅੱਛੀ ਖੁਰਾਕ ਹੈ। ਦੂਜੇ ਨੰਬਰ ਤੇ ਸਾਡੀ ਜਿਹੜੀ ਗੱਲ ਹੈਗੀ ਹੈ ਕਿ ਅਸੀਂ ਜਿੰਨੀਆਂ ਵੀ ਖੁੰਬਾਂ ਦੀ ਕਾਸ਼ਤ ਕਰਦੇ ਹਾਂ ਇਹ ਅਸੀਂ ਤੂੜੀ ਜਾਂ ਪਰਾਲੀ ਤੇ ਕਰਦੇ ਹਾਂ। ਸੋ ਅੱਜ ਕੱਲ੍ਹ ਸਾਡੇ ਲਈ ਸਮੱਸਿਆ ਵੀ ਬੜੀ ਹੁੰਦੀ ਹੈ ਕਿ ਅਸੀਂ ਤੂੜੀ ਦੀ ਸੰਭਾਲ ਜਾਂ ਫਿਰ ਪਰਾਲੀ ਦੀ ਸੰਭਾਲ ਕਿੱਦਾਂ ਕਰੀਏ। ਸੋ ਜੇ ਤੂੜੀ ਜਾਂ ਪਰਾਲੀ ਦੀ ਸੰਭਾਲ ਜਿਹੜੀ ਹੈਗੀ ਆ ਉਹ ਅਸੀਂ ਖੁੰਬਾਂ ਲਾ ਕੇ ਕਰ ਸਕਦੇ ਹਾਂ। ਤੇ ਤੀਜੇ ਨੰਬਰ ਤੇ ਕਿਉਂਕਿ ਇਹ ਲੇਬਰ ਇੰਟੈਂਸਿਵ ਜੌਬ ਹੈ, ਸਾਨੂੰ ਬਹੁਤ ਸਾਰੇ ਬੰਦਿਆਂ ਦੀ ਲੋੜ ਪੈਂਦੀ ਹੈ, ਤਾਂ ਅਸੀਂ ਇੱਕ ਰੁਜ਼ਗਾਰ ਦਾ ਸਾਧਨ ਵੀ ਬਣਦੇ ਆ ਕਿ ਜਿਹੜੇ ਫਾਰਮਰਸ ਨੇ ਸਾਡੇ ਨਾਲ ਅਸੀਂ ਕਿਸੇ ਨੂੰ ਰੁਜ਼ਗਾਰ ਦੇ ਸਕਦੇ ਹਾਂ। ਅੱਜ ਕੱਲ੍ਹ ਇੰਨਾ ਯੂਥ ਅਨਐਮਪਲੋਇਡ ਯੂਥ ਹੈ, ਉਹਨਾਂ ਨੂੰ ਵੀ ਇਸ ਕਿੱਤੇ 'ਚ ਆਉਣਾ ਚਾਹੀਦਾ। ਤੇ ਨਾਲ ਹੀ ਜੇ ਤੁਹਾਡੇ ਕੋਲ ਮੇਨ ਤੁਹਾਡਾ ਆਕੂਪੇਸ਼ਨ ਖੇਤੀਬਾੜੀ ਹੈ ਤੇ ਨਾਲ ਤੁਸੀਂ ਇਹਦੀ ਜਿਹੜੀ ਹੈ ਇਹਦੀ ਪ੍ਰੋਡਕਸ਼ਨ ਜ਼ਰੂਰ ਕਰੋ। ਖੇਤੀ ਸਹਾਇਕ ਧੰਦਾ ਜਿਹੜਾ ਖੁੰਬਾਂ ਦੀ ਕਾਸ਼ਤ ਜ਼ਰੂਰ ਅਪਣਾਓ। ਆਮ ਤੌਰ ਤੇ ਜਦੋਂ ਵੀ ਅਸੀਂ ਕਿਸੇ ਸਹਾਇਕ ਕਿੱਤੇ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾ ਪੁਆਇੰਟ ਇਹਦੇ ਵਿੱਚ ਇਹ ਆਉਂਦਾ ਵੀ ਲੋ ਕਾਸਟ, ਵੀ ਉਹਦੇ ਵਿੱਚ ਸਾਡਾ ਖਰਚਾ ਕਿੰਨਾ ਕੁ ਹੋ ਰਿਹਾ, ਵੀ ਕੀ ਜੋ ਸਾਡਾ ਖਰਚਾ ਹੋ ਰਿਹਾ ਸਾਨੂੰ ਉਹਦਾ ਬਦਲਵਾਂ ਜਿਹੜਾ ਲਾਭ ਆ ਉਹ ਪ੍ਰਾਪਤ ਹੋਏਗਾ। ਹੁਣ ਸਭ ਤੋਂ ਪਹਿਲਾਂ ਇਹਦੇ ਨਾਲ ਸਾਡੇ ਕਿਸਾਨਾਂ ਨੂੰ ਇਹ ਦੱਸੋ ਵੀ ਜਦੋਂ ਅਸੀਂ ਖੁੰਬਾਂ ਦੀ ਕਾਸ਼ਤ ਦਾ ਕੰਮ ਦੀ ਸ਼ੁਰੂਆਤ ਕਰਨੀ ਆ, ਸਾਨੂੰ ਸ਼ੁਰੂਆਤ ਕਰਨ ਲਈ ਯੂਨਿਟ ਲਗਾਉਣ ਲਈ ਕਿੰਨਾ ਏਰੀਆ ਚਾਹੀਦਾ ਔਰ ਸਾਡੇ ਇਹਦੇ ਵਿੱਚ ਸਾਨੂੰ ਕੀ ਚੀਜ਼ਾਂ ਦੀ ਜ਼ਰੂਰਤ ਹੈ? ਜਦੋਂ ਆਪਾਂ ਕੰਮ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਛੋਟੇ ਪੱਧਰ ਤੋਂ ਕੰਮ ਸ਼ੁਰੂ ਕਰੋ ਜੀ। ਛੋਟੇ ਪੱਧਰ ਦੇ ਨਾਲ ਉਹਦੀ ਜਾਣਕਾਰੀ ਜ਼ਰੂਰ ਲਓ
ਤਾਂ ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਕੰਮ ਸ਼ੁਰੂ ਕਰਦੇ ਹਾਂ ਮਾਹਰਾਂ ਨਾਲ ਜ਼ਰੂਰ ਸੰਪਰਕ ਕਰੋ। ਜੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਮਾਹਰ ਬੈਠੇ ਨੇ, ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ ਮਾਹਰ ਨੇ, ਇਹਨਾਂ ਨਾਲ ਜ਼ਰੂਰ ਗੱਲਬਾਤ ਕਰਕੇ ਰਾਬਤਾ ਕਰਕੇ ਟ੍ਰੇਨਿੰਗਸ ਲੈ ਕੇ ਕੰਮ ਸ਼ੁਰੂ ਕਰੋ। ਦੂਜੇ ਨੰਬਰ ਤੇ ਜੇ ਗੱਲ ਆਉਂਦੀ ਹੈ ਕਿ ਅਸੀਂ ਕਿੰਨਾ ਕੁ ਕੰਮ ਸ਼ੁਰੂ ਕਰ ਸਕਦੇ ਹਾਂ, ਅਸੀਂ ਜਿਹੜਾ ਸਟਾਰਟਿੰਗ ਕਰਨੀ ਆ ਅਸੀਂ ਇੱਕ ਕਮਰੇ ਤੋਂ ਸ਼ੁਰੂਆਤ ਕਰ ਸਕਦੇ ਹਾਂ। ਸਾਡੇ ਕੋਲ ਘਰ ਦੇ ਵਿੱਚ ਕੋਈ ਵੀ ਵਾਧੂ ਕਮਰਾ ਪਿਆ, ਕੋਈ ਰਸੋਈ ਪਈ ਹੈ ਜਾਂ ਜਿਹੜਾ ਕਮਰਾ ਅਸੀਂ ਨਹੀਂ ਯੂਜ਼ ਕਰ ਸਕਦੇ, ਉਹਨੂੰ ਉਸ ਕਮਰੇ ਦੀ ਯੂਟਿਲਾਈਜੇਸ਼ਨ ਕਰਕੇ ਅਸੀਂ ਖੁੰਬਾਂ ਦੀ ਜਿਹੜਾ ਧੰਦਾ ਸ਼ੁਰੂ ਕਰ ਸਕਦੇ ਹਾਂ। ਸੋ ਘੱਟੋ ਘੱਟ ਜੇ ਅਸੀਂ ਬਹੁਤ ਗੱਲ ਕਰਦੇ ਹਾਂ ਗਰਮ ਰੁੱਤ ਦੀਆਂ ਖੁੰਬਾਂ ਦੀ, ਤਾਂ ਜਿਹੜੀ ਉਹਦੀ ਸਟਾਰਟਿੰਗ ਕਾਸਟ ਹੈਗੀ ਆ ਉਸੇ 10 ਤੋਂ 20 ਹਜ਼ਾਰ ਦੇ ਵਿੱਚ ਵੀ ਜਿਹੜਾ ਧੰਦਾ ਹੈ ਸ਼ੁਰੂ ਕਰ ਸਕਦੇ ਹਾਂ। ਸੋ ਸਾਨੂੰ ਇਹਦਾ ਦੀ ਕੋਈ ਪ੍ਰੋਬਲਮ ਨਹੀਂ ਹੈਗੀ। 10 ਤੋਂ 20 ਹਜ਼ਾਰ ਰੁਪਏ ਜਿਹੜਾ ਅਸੀਂ ਆਪਣੀ ਜੇਬ 'ਚੋਂ ਖਰਚ ਕਰਕੇ ਤੇ ਇੱਥੇ ਜਿਹੜਾ ਮੁਨਾਫਾ ਹੈਗਾ ਅੱਧ ਤੋਂ ਅੱਧ ਮੁਨਾਫਾ ਜਿਹੜਾ ਤੁਸੀਂ ਕਮਾ ਸਕਦੇ ਹੋ। ਤੁਸੀਂ ਗੱਲ ਕੀਤੀ ਹੈ ਵੀ YouTube ਚੈਨਲ ਤੇ ਔਰ ਹੋਰ ਮਾਧਿਅਮ ਰਾਹੀਂ ਇਹਦੀ ਜਾਣਕਾਰੀ ਵੀ ਮਿਲਦੀ ਰਹਿੰਦੀ ਹੈ, ਪਰ ਇਹਦੇ ਨਾਲ ਨਾਲ ਡਾਕਟਰ ਸਾਹਿਬ ਜਿਹੜੀ ਮਾਹਿਰਾਂ ਦੀ ਰਾਏ ਆ ਉਹਨਾਂ ਨਾਲ ਲਗਾਤਾਰ ਜਿਹੜਾ ਸੰਪਰਕ ਹੈ ਉਹ ਬਹੁਤ ਜ਼ਰੂਰੀ ਆ, ਕਿਉਂਕਿ ਕਈ ਵਾਰ ਦੇਖਿਆ ਮੈਂ ਇਸ ਤਰ੍ਹਾਂ ਦੇ ਬਾਹਰ ਜਿਹੜੇ ਆਪਾਂ ਵੀਡੀਓਜ਼ ਦੇਖ ਲੈਂਦੇ ਉਹਨਾਂ ਸਾਡੇ ਨਾਲ ਕਈ ਵਾਰ ਠੱਗੀ ਵੀ ਹੋ ਜਾਂਦੀ ਹੈ, ਕਿਉਂਕਿ ਉਹ ਜਾਣਕਾਰੀ ਅਧੂਰੀ ਹੁੰਦੀ ਹੈ। ਜੀ ਸਰ। ਕਿਉਂਕਿ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈਣੀ ਔਰ ਮਾਹਿਰਾਂ ਦੇ ਨਾਲ ਜਿਹੜਾ ਲਗਾਤਾਰ ਸਾਡਾ ਸੰਪਰਕ ਆ ਉਹ ਹੋਣਾ ਬਹੁਤ ਜ਼ਰੂਰੀ ਹੈ। ਹੁਣ ਜਿਹੜਾ ਆਪਾਂ ਖੁੰਬਾਂ ਦੀ ਕਾਸ਼ਤ ਦਾ ਜਦੋਂ ਕੰਮ ਸ਼ੁਰੂ ਕਰ ਲਿਆ, ਉਹਦੇ ਵਿੱਚ ਇਹ ਦੱਸੋ ਵੀ ਜਿਹੜਾ ਆਪਾਂ ਬੀਜ ਤਿਆਰ ਕਰਨਾ ਇਹਨਾਂ ਦਾ, ਜੋ ਵੀ ਆਪਾਂ ਇਹਦਾ ਪ੍ਰੋਸੈਸ ਆ ਉਹ ਕੀ ਹੈ? ਸਰ ਜਿਹੜਾ ਖੁੰਬਾਂ ਦਾ ਜਿਹੜਾ ਬੀਜ ਤਿਆਰ ਕਰਨ ਲਈ ਉਹਦੇ ਲਈ ਸਾਨੂੰ ਇੱਕ ਵਿਸ਼ੇਸ਼ ਲੈਬੋਰਟਰੀ ਦੀ ਲੋੜ ਪੈਂਦੀ ਹੈ। ਇਹ ਜਿਹੜੀ ਲੈਬੋਰਟਰੀ ਹੈਗੀ ਹੈ ਇਹ ਹਰ ਇੱਕ ਬੰਦਾ ਜਿਹੜਾ ਆਪਣਾ ਕੰਮ ਨਹੀਂ ਸਟਾਰਟ ਕਰ ਸਕਦਾ, ਇਹਦੇ ਲਈ ਸਾਨੂੰ ਕੁਝ ਸੰਦਾਂ ਦੀ ਲੋੜ ਪੈਂਦੀ ਹੈ, ਜਿੱਦਾਂ ਕਿ ਆਟੋਕਲੇਵ ਹੋ ਗਿਆ। ਉਹ ਤੋਂ ਇਲਾਵਾ ਲੈਮੀਨਾਰ 에ਅਰ ਫਲੋ ਹੁੰਦਾ। ਲੈਮੀਨਾਰ 에ਅਰ ਫਲੋ ਦੇ ਵਿੱਚ ਫਿਲਟਰ ਹੋ ਕੇ ਹਵਾ ਆਉਂਦੀ ਹੈ ਤੁਹਾਡੇ ਤੱਕ। ਸੋ ਉਹ ਹਰ ਇੱਕ ਆਮ ਬੰਦਾ ਜਿਹੜਾ ਬੀਜ ਨਹੀਂ ਬਣਾ ਸਕਦਾ। ਸੋ ਬੀਜ ਬਣਾਉਣ ਵਾਲਾ ਜਿਹੜਾ ਆਪਾਂ ਸਟਾਰਟਿੰਗ ਹੈ ਉਹਦੇ ਲਈ ਸਾਨੂੰ ਬੈਟਰ ਹੈਗਾ ਕਿ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਰਾਬਤਾ ਕਰੀਏ ਜਾਂ ਫਿਰ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਰਾਬਤਾ ਕਰਕੇ ਜਿਹੜਾ ਬੀਜ ਲਿਆ ਜਾ ਸਕੇ ਉਹਨਾਂ ਤੋਂ। ਉਸ ਤੋਂ ਇਲਾਵਾ ਬਾਗਬਾਨੀ ਵਿਭਾਗ ਜਿਹੜੇ ਹੈਗੇ ਆ, ਵੱਖ-ਵੱਖ ਬਾਗਬਾਨੀ ਵਿਭਾਗ ਜਿਹੜੇ ਆਪਣੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਨੇ, ਉਹਨਾਂ ਨਾਲ ਵੀ ਸੰਪਰਕ ਕਰਕੇ ਆਪਾਂ ਬੀਜ ਉੱਥੋਂ ਲੈ ਕੇ ਕੰਮ ਸ਼ੁਰੂ ਕਰੀਏ। ਹੁਣ ਇਹ ਦੱਸੋ ਵੀ ਜਦੋਂ ਆਪਾਂ ਖੁੰਬਾਂ ਦੀ ਕਾਸ਼ਤ ਕਰਨੀ ਆ, ਜਿਹੜੇ ਇਹਦੇ ਢੰਗ ਤਰੀਕੇ ਨੇ ਉਹ ਕਿਹੜੇ-ਕਿਹੜੇ ਨੇ? ਸਰ ਜੇ ਆਪਾਂ ਮਿਲਕੀ ਖੁੰਬ ਦੀ ਗੱਲ ਕਰਦੇ ਹਾਂ ਉਹਨੂੰ ਕਾਸ਼ਤ ਕਰਨ ਦਾ ਢੰਗ ਜਿਹੜਾ ਵੱਖਰਾ ਹੈ। ਮੈਂ ਥੋੜਾ ਵਿਸਤਾਰ 'ਚ ਦੱਸਣਾ ਚਾਹਾਂਗੀ ਕਿ ਜੇ ਤਾਂ ਅਸੀਂ ਮਿਲਕੀ ਦੀ ਗੱਲ ਕਰਦੇ ਹਾਂ, ਮਿਲਕੀ ਦੀ ਅਸੀਂ ਸ਼ੁਰੂਆਤ ਜਿਹੜੀ ਕਰਦੇ ਹਾਂ ਉਹ ਤੂੜੀ ਤੋਂ ਸ਼ੁਰੂ ਕਰਦੇ ਹਾਂ। ਸੋ ਜਿਹੜੀ ਤੂੜੀ ਹੈਗੀ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਪਹਿਲੇ ਨੰਬਰ ਤੇ ਗੱਲ ਹੈ। ਦੂਜੇ ਨੰਬਰ ਤੇ ਜੇ ਕਈ ਵਾਰੀ ਹੁੰਦਾ ਕਿ ਅਸੀਂ ਕਹਿੰਦੇ ਹਾਂ ਵੀ ਤੂੜੀ ਗਲੀ ਹੋਈ ਤੂੜੀ ਹੋਵੇ, ਉਹ ਗਲੀ ਹੋਈ ਤੂੜੀ ਨਹੀਂ ਅਸੀਂ ਲੈਣੀ। ਸਾਫ਼ ਸੁਥਰੀ ਤੁਹਾਨੂੰ ਬੈਕਗ੍ਰਾਉਂਡ 'ਚ ਵੀ ਨਜ਼ਰ ਆਉਂਦੀ ਹੋਣੀ ਹੈ ਕਿ ਸਾਫ਼ ਸੁਥਰੀ ਤੂੜੀ ਹੈਗੀ ਹੈ। ਉਸ ਤੋਂ ਬਾਅਦ ਫਿਰ ਤੁਸੀਂ ਉਹਨੂੰ ਤੂੜੀ ਨੂੰ ਉਬਾਲਣਾ ਹੈਗਾ। ਉਬਾਲਣ ਲਈ ਅਸੀਂ 1.5 ਘੰਟਾ ਉਹਨੂੰ ਉਬਾਲਦੇ ਹਾਂ, ਵੱਡੇ ਦੇਗੇ 'ਚ ਪਾ ਕੇ ਉਹਨੂੰ ਉਬਾਲ ਕੇ। ਉਬਾਲਣ ਤੋਂ ਬਾਅਦ ਤੁਸੀਂ ਉਹਨੂੰ ਇੱਕ ਰਾਤ ਲਈ ਠੰਡਾ ਹੋਣ ਲਈ ਰੱਖ ਲਓ। ਜਦੋਂ ਉਹ ਠੰਡਾ ਹੋ ਜਾਂਦੀ ਹੈ ਤੂੜੀ, ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਬੀਜ ਪਾਣਾ। ਬੀਜ ਦੇ ਵਿੱਚ ਜਿਹੜੇ ਅਸੀਂ ਖੁੰਬਾਂ ਦਾ ਜਿਹੜਾ ਬੀਜ ਹੈ, ਜੇ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈਂਦੇ ਆ ਜਾਂ ਫਿਰ ਉਹਨੂੰ ਅਸੀਂ ਜ਼ਰੂਰ ਬੁਕਿੰਗ ਕਰਾ ਕੇ ਹੀ ਲਈਏ। ਸੋ ਜਦੋਂ ਲੈ ਕੇ ਆਉਂਦੇ ਹਾਂ ਤੁਸੀਂ, ਇੱਕ ਜਿਹੜਾ ਲਿਫਾਫਾ ਹੈਗਾ, ਅਸੀਂ 5 ਕਿਲੋ ਦਾ ਲਿਫਾਫਾ ਤਿਆਰ ਕਰਦੇ ਹਾਂ। ਉਸ ਲਿਫਾਫੇ ਦੇ ਵਿੱਚ ਅਸੀਂ ਜਿਹੜਾ 100 ਗ੍ਰਾਮ ਬੀਜ ਪਾਉਂਦੇ ਹਾਂ। ਬੀਜ ਪਾਉਣ ਤੋਂ ਬਾਅਦ ਫਿਰ ਅਸੀਂ ਉਹਨਾਂ ਦਾ ਮੂੰਹ ਬੰਨ੍ਹ ਦਿੰਦੇ ਹਾਂ ਸੇਬੇ ਨਾਲ। ਬੰਨਣ ਤੋਂ ਬਾਅਦ ਅਸੀਂ ਕਮਰੇ ਦੇ ਅੰਦਰ ਰੱਖ ਦਿੰਦੇ ਹਾਂ। ਰੱਖਣ ਤੋਂ ਬਾਅਦ ਫਿਰ ਅਸੀਂ ਜਿਹੜਾ ਉਹਨੂੰ ਡੇਲੀ ਰੋਜ਼ਾਨਾ ਪਾਣੀ ਦੇਣਾ। ਜਦੋਂ ਤੁਹਾਡੀ ਜਿਹੜੀ ਪੂਰਾ ਰੇਸ਼ਾ ਫੈਲ ਜਾਂਦਾ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਕੇਸਿੰਗ ਮਿੱਟੀ ਪਾਉਣੀ ਹੈ। ਕੇਸਿੰਗ ਮਿੱਟੀ ਪਾਉਣ ਤੋਂ ਬਾਅਦ ਹਰ ਰੋਜ਼ ਪਾਣੀ ਦਿਓ ਤੇ ਪਾਣੀ ਦੇਣ ਤੋਂ ਬਾਅਦ ਜਿਹੜਾ ਹੈਗਾ ਤੁਹਾਡੀਆਂ 18 ਤੋਂ 20 ਦਿਨਾਂ ਦੇ ਵਿੱਚ ਖੁੰਬਾਂ ਦੇ ਕਿਣਕੇ ਛੋਟੇ-ਛੋਟੇ ਜਿਹੜੇ ਨਜ਼ਰ ਆਣੇ ਸ਼ੁਰੂ ਹੋ ਜਾਣਗੇ। ਸਰਟੀਫਾਈਡ ਜਿਹੜਾ ਬੀਜ ਹੋਣਾ ਚਾਹੀਦਾ, ਆਪਾਂ ਬਾਹਰੋਂ ਕਿਤੋਂ ਵੀ ਮਤਲਬ ਅਣਜਾਣ ਜਗ੍ਹਾ ਤੋਂ ਬੀਜ ਨਾ ਖਰੀਦੀਏ। ਇਹ ਤਾਂ ਹੋ ਗਿਆ ਡਾਕਟਰ ਸਾਹਿਬ ਵੀ ਜਿਹੜੇ ਢੰਗ ਤਰੀਕੇ ਨੇ। ਹੁਣ ਸੁਭਾਵਿਕ ਹੈ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ ਸਮੱਸਿਆਵਾਂ ਵੀ ਆਉਂਦੀਆਂ, ਮੁਸ਼ਕਲਾਂ ਵੀ ਆਉਂਦੀਆਂ। ਮੁਸ਼ਕਲਾਂ ਕੀ ਨੇ? ਮੁਸ਼ਕਲਾਂ ਸਰ ਇਹ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਣੀ ਸ਼ੁਰੂਆਤ ਹੀ ਹੈ, ਕਿਉਂਕਿ ਸਾਡੇ ਕੋਲ ਸਪੇਅਰ ਰੂਮ ਜਿਹੜੇ ਅੱਜ ਕੱਲ ਹਰ ਇੱਕ ਘਰ ਦੇ ਕੋਲ ਸਪੇਅਰ ਰੂਮ ਨਹੀਂ ਹੈਗੇ। ਪਹਿਲਾਂ ਤਾਂ ਕਮਰੇ ਜਿਹੜੇ ਹੈਗੇ ਆ ਉਹ ਆਪਾਂ ਇੱਕ ਵਾਰੀ ਦੇਖ ਲਈਏ ਕਿ ਕਮਰੇ ਜਿਹੜੇ ਸਾਡਾ 10 ਬਾਏ 10 ਦਾ ਕਮਰਾ ਹੈ ਜਾਂ 15 ਬਾਏ 20 ਦਾ ਕਮਰਾ ਹੈਗਾ, ਅਸੀਂ ਉੱਥੇ ਸ਼ੁਰੂਆਤ ਕਰ ਸਕਦੇ ਹਾਂ। ਦੂਜੇ ਨੰਬਰ ਤੇ ਸਫਾਈ ਦਾ ਖਾਸ ਧਿਆਨ ਦੇਣਾ ਪੈਂਦਾ। ਜੇ ਅਸੀਂ ਆਪਣੇ ਕਮਰੇ ਨੂੰ ਸਾਫ਼ ਸੁਥਰਾ ਨਹੀਂ ਰੱਖਦੇ ਤਾਂ ਬਿਮਾਰੀਆਂ ਆਉਣ ਦੇ ਬਹੁਤ ਸਾਰੇ ਡਰ ਰਹਿੰਦੇ ਆ, ਜਿੱਦਾਂ ਕਿ ਹਰੀ ਉੱਲੀ ਆ ਗਈ, ਉਹ ਤੋਂ ਇਲਾਵਾ ਗੁਲਾਬੀ ਉੱਲੀ ਆ ਜਾਂਦੀ ਹੈ, ਕਈ ਵਾਰੀ ਸੁੱਕਾ ਬੁਲਬੁਲਾ ਆ ਗਿਆ ਜਾਂ ਨਮ ਬੁਲਬੁਲਾ ਆ ਗਿਆ। ਸੋ ਇਦਾਂ ਦੀਆਂ ਬਿਮਾਰੀਆਂ ਜਿਹੜੀਆਂ ਬਹੁਤ ਸਾਰੀਆਂ ਆ ਕੇ ਅਟੈਕ ਕਰਦੀਆਂ ਨੇ, ਜਿਹਦੇ ਨਾਲ ਕਿ ਖੁੰਬਾਂ ਤੇ ਬਹੁਤ ਅਸਰ ਪੈਂਦਾ, ਉਹਨਾਂ ਦੀ ਈਲਡ ਘਟ ਜਾਂਦੀ ਹੈ। ਸੋ ਸਭ ਤੋਂ ਦੂਜੇ ਨੰਬਰ ਤੇ ਸਾਨੂੰ ਸਫਾਈ ਦਾ ਖਾਸ ਧਿਆਨ ਦੇਣਾ ਚਾਹੀਦਾ। ਜੇ ਮੰਨ ਲਓ ਅਸੀਂ ਆਪਣੇ ਫਾਰਮ ਤੇ ਵਰਕਰ ਰੱਖੇ ਹੋਏ ਨੇ, ਉਹਨਾਂ ਦਾ ਵੀ ਧਿਆਨ ਦਿਓ ਕਿ ਉਹ ਜਿਹੜਾ ਆਪਣਾ ਪ੍ਰੋਪਰਲੀ ਆ ਰਹੇ ਆ, ਜਿੱਦਾਂ ਗਲਵਸ ਪਾ ਕੇ ਆਣ, ਸਿਰ ਤੇ ਟੋਪੀ ਲੈ ਕੇ ਆਉਣ, ਪੈਰਾਂ ਦੇ ਵਿੱਚ ਵੀ ਗਲਵਸ
ਪਾ ਕੇ ਜਿਹੜੇ ਸ਼ੂ ਹੁੰਨੇ ਆ ਉਹ ਪਾ ਕੇ ਆਣ, ਤਾਂ ਕਿ ਜਿਹੜੀ ਕਿ ਘੱਟ ਤੋਂ ਘੱਟ ਕੰਟੈਮੀਨੇਸ਼ਨ ਆ ਸਕੇ। ਅਗਰ ਉਨੀ ਜ਼ਿਆਦਾ ਜਿੰਨੀ ਜ਼ਿਆਦਾ ਐਂਟਰੀ ਹੋਊਗੀ, ਕਈ ਵਾਰੀ ਲੋਕ ਫਾਰਮ ਦੇਖਣ ਆ ਜਾਂਦੇ ਆ, ਬਾਹਰੋਂ ਵੀ ਸਾਡੇ ਕੱਪੜਿਆਂ ਤੇ ਵੀ ਬਹੁਤ ਸਾਰੇ ਕੀਟਾਣੂ ਵਿਸ਼ਾਣੂ ਲੱਗੇ ਹੁੰਦੇ ਆ, ਤਾਂ ਉਹ ਵੀ ਜਿਹੜੇ ਆ ਕੇ ਖੁੰਬਾਂ ਦੇ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਈਲਡ ਤੇ ਫਰਕ ਪਾਉਂਦੇ ਆ। ਤੀਜੇ ਨੰਬਰ ਤੇ ਹੁੰਦਾ ਕਿ ਕਿੱਦਾਂ ਦੀਆਂ ਕੰਡੀਸ਼ਨਸ ਹੈਗੀਆਂ, ਤੁਸੀਂ ਆਪਣੇ ਖੁੰਬ ਘਰ ਨੂੰ ਕਿੱਦਾਂ ਦੀਆਂ ਕੰਡੀਸ਼ਨਸ ਪ੍ਰੋਵਾਈਡ ਕੀਤੀਆਂ। ਮੰਨ ਲਓ ਅਸੀਂ ਗਰਮੀਆਂ ਦੀ ਗੱਲ ਕਰਦੇ ਹਾਂ, ਗਰਮੀਆਂ ਦੇ ਵਿੱਚ 30 ਤੋਂ 35 ਡਿਗਰੀ ਸਾਨੂੰ ਟੈਂਪਰੇਚਰ ਚਾਹੀਦਾ ਹੈ, ਨਾਲ ਹੀ ਸਾਨੂੰ ਨਮੀ ਚਾਹੀਦੀ ਹੈ। ਨਮੀ ਜਿਹੜੀ ਹੈ ਉਹਦੀ 80 ਤੋਂ 90% ਜਿਹੜੀ ਹੈ ਕਮਰੇ ਦੇ ਵਿੱਚ ਹੋਣੀ ਚਾਹੀਦੀ ਹੈ। ਉਹਦੇ ਲਈ ਕੀ ਕਰਦੇ ਆ ਵੀ ਛੋਟੇ ਪੱਧਰ ਵਾਲੇ ਜਿਹੜੇ ਫਾਰਮਰਸ ਨੇ ਉਹ ਆਪਣੇ ਵਿੱਚ ਕਮਰੇ ਦੇ ਵਿੱਚ ਖਿੜਕੀ ਦੇ ਉੱਤੇ ਗਿੱਲੀਆਂ ਕਰਕੇ ਬੋਰੀਆਂ ਟੰਗ ਦਿੰਦੇ ਆ। ਸੋ ਇਹ ਵਾਲੀਆਂ ਗੱਲਾਂ ਦਾ ਜਿਹੜਾ ਕਿ ਨਮੀ ਹੋਵੇ, ਪ੍ਰੋਪਰ ਟੈਂਪਰੇਚਰ ਹੋਵੇ, ਇਹਨਾਂ ਗੱਲਾਂ ਦਾ ਵੀ ਖਾਸ ਧਿਆਨ ਦੇਣਾ ਪੈਂਦਾ। ਡਾਕਟਰ ਸਾਹਿਬ, ਜਦੋਂ ਇਹ ਬਿਮਾਰੀ ਆਉਂਦੀ ਆ ਆਪਾਂ ਨੂੰ ਉੱਥੇ ਖੁੰਬਾਂ ਦੀ, ਜਦੋਂ ਆਪਾਂ ਕਾਸ਼ਤ ਕਰਦੇ ਆ, ਕਿਸੇ ਰਸਾਇਣ ਦੀ ਵੀ ਲੋੜ ਪੈਂਦੀ ਆਪਾਂ ਨੂੰ? ਜਿਹੜਾ ਅਸੀਂ ਕਮਰੇ ਨੂੰ ਸੋਧਦੇ ਆ ਅਸੀਂ ਫਾਰਮਲਿਨ ਦੇ ਨਾਲ ਸੋਧ ਲੈਂਦੇ ਆ, ਉਸ ਤੋਂ ਬਾਅਦ ਥੋੜੀ ਸਫਾਈ ਕਰਦੇ ਆ ਕਮਰੇ ਦੀ। ਉਹ ਤੋਂ ਇਲਾਵਾ ਜਿਹੜੀ ਹਰ ਇੱਕ ਬਿਮਾਰੀ ਆਉਂਦੀ ਆ ਉਹਦਾ ਅਲੱਗ-ਅਲੱਗ ਤਰ੍ਹਾਂ ਦਾ ਢੰਗ ਹੈ। ਅਸੀਂ ਜਿੰਨਾ ਜ਼ਿਆਦਾ ਕੋਸ਼ਿਸ਼ ਕਰਦੇ ਆ ਕਿ ਅਸੀਂ ਘੱਟ ਤੋਂ ਘੱਟ ਜਿਹੜੇ ਆ ਜਿਹਦੇ ਵਿੱਚ ਦਵਾਈਆਂ ਦਾ ਇਸਤੇਮਾਲ ਕਰੀਏ, ਤਾਂ ਕਿ ਜਿਹੜੀ ਸਾਨੂੰ ਖੁਰਾਕ ਹੈ ਉਹ ਚੰਗੀ ਮਿਲ ਸਕੇ, ਕਿਉਂਕਿ ਅਸੀਂ ਇਹਨੂੰ ਖਾਣਾ ਹੈ। ਸੋ ਅਸੀਂ ਸ਼ੁਰੂਆਤ ਹੀ ਉੱਥੋਂ ਕਰਦੇ ਆ ਕਿ ਅਸੀਂ ਸਫਾਈ ਤੋਂ ਹੀ ਸ਼ੁਰੂਆਤ ਕਰਕੇ ਚੱਲੀਏ, ਤਾਂ ਕਿ ਸਾਡੇ ਖੁੰਭ ਘਰ ਦੇ ਵਿੱਚ ਘੱਟ ਤੋਂ ਘੱਟ ਬਿਮਾਰੀ ਆ ਸਕੇ। ਡਾਕਟਰ ਸਾਹਿਬ, ਜਦੋਂ ਵੀ ਕਿਸਾਨ ਨਵਾਂ ਤਜਰਬਾ ਕਰਦਾ, ਨਵੇਂ ਜਿਹੜਾ ਸਹਾਇਕ ਕਿੱਤੇ ਨੂੰ ਅਪਣਾਉਂਦਾ, ਸਭ ਤੋਂ ਪਹਿਲਾਂ ਉਹਦੇ ਮਨ 'ਚ ਇਹੀ ਇੱਕ ਖਦਸ਼ਾ ਹੁੰਦਾ ਵੀ ਜੋ ਮੈਂ ਨਵਾਂ ਕੰਮ ਸ਼ੁਰੂ ਕਰਨ ਜਾ ਰਿਹਾ, ਕੀ ਮੈਨੂੰ ਇਸ ਕੰਮ ਤੋਂ ਵਧੀਆ ਉਤਪਾਦਨ ਮਿਲੇਗਾ? ਅਗਰ ਉਤਪਾਦਨ ਵਧੀਆ ਮਿਲੇਗਾ ਤੇ ਮੈਨੂੰ ਕੀ ਉਹਦਾ ਮੰਡੀਕਰਨ ਵੀ ਵਧੀਆ ਹੋਏਗਾ? ਤੁਸੀਂ ਗੱਲ ਕੀਤੀ ਵੀ ਸਾਨੂੰ ਝਾੜ ਵਧੀਆ ਮਿਲ ਜਾਂਦਾ, ਹੁਣ ਜਿਹੜੀ ਸਾਡਾ ਉਤਪਾਦਨ ਆ, ਈਲਡ ਨੂੰ ਵਧਾਉਣ ਦੇ ਤਰੀਕੇ ਕੀ ਨੇ? ਸਰ ਦੇਖੋ, ਝਾੜ ਦੀ ਗੱਲ ਆਉਂਦੀ ਹੈ, ਝਾੜ ਦਾ ਵਧੀਆ ਕਿਸਮ ਦਾ ਬੀਜ ਲਓ, ਪਹਿਲੀ ਗੱਲ ਹੈ, ਕਿਉਂਕਿ ਹਰ ਇੱਕ ਖੁੰਬ ਦਾ ਅਲੱਗ-ਅਲੱਗ ਸਟ੍ਰੇਨਸ ਹੁੰਦੀਆਂ ਨੇ, ਤੇ ਸਾਨੂੰ ਇਹ ਜ਼ਰੂਰ ਪਤਾ ਕਰ ਲੈਣਾ ਚਾਹੀਦਾ ਵੀ ਕਿਹੜੀ ਸਟ੍ਰੇਨ ਸਾਨੂੰ ਦੇਣ ਲੱਗਿਆ। ਜੇ ਅਸੀਂ ਢੀਂਗਰੀ ਖੁੰਬ ਦੀ ਜਾਂ ਬਟਨ ਖੁੰਬ ਦੀ ਗੱਲ ਕਰਦੇ ਆ, ਉਹਦੇ ਵਿੱਚ ਵੀ ਸਾਨੂੰ ਬਹੁਤ ਹਾਈ ਈਲਡਿੰਗ ਸਟ੍ਰੇਨਸ ਆਉਂਦੀਆਂ, ਕੁਝ ਇਦਾਂ ਦੀਆਂ ਸਟ੍ਰੇਨਸ ਆਉਂਦੀਆਂ ਜਿਹੜੀਆਂ ਖੁੰਬਾਂ ਦੀਆਂ ਕਿ ਜਿਹੜੀ ਕਿ ਕਲਾਈਮੇਟ ਕੰਟਰੋਲ ਰੂਮ 'ਚ ਚੱਲਦੀਆਂ ਨੇ, ਕੁਝ ਇਦਾਂ ਦੀਆਂ ਜਿਹੜੀਆਂ ਕਿ ਆਮ ਤੌਰ ਤੇ ਜਿਹੜੇ ਸਾਡੇ ਆਪਣੇ ਨਾਰਮਲ ਖੁੰਭ ਘਰ ਨੇ ਉਹਨਾਂ ਦੇ ਉੱਤੇ ਵੀ ਚੱਲ ਜਾਂਦੀਆਂ। ਸੋ ਸਾਨੂੰ ਇਹਨਾਂ ਗੱਲਾਂ ਦਾ ਜਿਹੜਾ ਧਿਆਨ ਦੇਣਾ ਪੈਂਦਾ ਕਿ ਜਿਹੜੀ ਸਟ੍ਰੇਨ ਹੈਗੀ ਆ ਉਹ ਕਿੱਦਾਂ ਦੀ ਹੈਗੀ ਆ। ਤਾਂ ਉਹ ਤੋਂ ਇਲਾਵਾ ਜਿਹੜੇ ਅਸੀਂ ਕੰਮ ਜਿਹੜਾ ਢੰਗ ਵਰਤਿਆ ਖੁੰਬਾਂ ਲਾਉਣ ਦਾ, ਉਹ ਢੰਗ ਸਹੀ ਢੰਗ ਨਾਲ ਅਪਣਾਈਏ, ਤਾਂ ਕਿ ਸਾਨੂੰ ਜਿਹੜੀ ਈਲਡ ਹੈ ਜਾਂ ਝਾੜ ਆ ਉਹ ਵੱਧ ਮਿਲ ਸਕੇ। ਤੇ ਕੰਡੀਸ਼ਨਸ ਤੇ ਕਮਰੇ ਦੀ ਕੰਡੀਸ਼ਨਾਂ ਤੇ ਬਹੁਤ ਡਿਪੈਂਡ ਕਰਦਾ ਖੁੰਬਾਂ ਦਾ ਝਾੜ। ਜੇ ਤੁਸੀਂ ਉਹਨੂੰ ਪ੍ਰੋਪਰ ਨਮੀ ਨਹੀਂ ਦਿੰਦੇ ਕਮਰੇ ਦੇ ਅੰਦਰ, ਜਾਂ ਪ੍ਰੋਪਰ ਤਾਪਮਾਨ ਨਹੀਂ ਵਰਤਦੇ, ਤਾਂ ਫਿਰ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਮਸ਼ਰੂਮ ਦੇ ਨਾਲ ਆਉਂਦੀਆਂ ਤੇ ਝਾੜ ਥੋੜਾ ਘਟ ਜਾਂਦਾ ਹੈ। ਤੇ ਮੰਡੀਕਰਨ ਜਿਹੜਾ ਕਰਨਾ ਹੈ ਉਹਦੇ ਲਈ ਸਾਨੂੰ ਬਹੁਤ ਅੱਛੀਆਂ ਪੈਕਿੰਗਸ ਦੇ ਵਿੱਚ ਅਟਰੈਕਟਿਵ ਪੈਕਿੰਗਸ, ਕਿਉਂਕਿ ਅਸੀਂ ਕਸਟਮਰ ਨੂੰ ਅਟਰੈਕਟ ਕਰਨਾ ਹੈ, ਤਾਂ ਕਿ ਅਸੀਂ ਉੱਥੇ ਲੇਬਲ ਕਰਕੇ ਦੱਸ ਸਕੀਏ ਵੀ ਸਾਡੀਆਂ ਖੁੰਬਾਂ 'ਚ ਕੀ ਹੈ, ਤਾਂ ਕਿ ਲੋਕ ਉਹਨਾਂ ਵੱਲ ਵੀ ਰੁਝਾਨ ਆਪਣਾ ਵਧਾ ਸਕਣ। ਹੁਣ ਇਹ ਹੈ ਵੀ ਜਦੋਂ ਵੀ ਆਪਾਂ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹਾਂ, ਮਾਹਿਰ ਅਕਸਰ ਦੱਸਦੇ ਨੇ ਕਿ ਇਹਦੇ ਵਾਸਤੇ ਟ੍ਰੇਨਿੰਗ ਲਓ। ਟ੍ਰੇਨਿੰਗ ਲੈਣ ਤੋਂ ਬਾਅਦ ਹੀ ਜਿਹੜਾ ਆਪਣਾ ਕੰਮ ਹੈ ਉਹ ਸ਼ੁਰੂ ਕਰੋ। ਤੁਸੀਂ ਇਸ ਫਾਰਮ ਤੇ ਆਪਣੀ ਸੇਵਾ ਨਿਭਾ ਰਹੇ ਹੋ, ਬਹੁਤ ਸਾਰੇ ਕਿਸਾਨਾਂ ਨਾਲ ਤੁਹਾਡਾ ਰਾਬਤਾ ਆ। ਤੁਸੀਂ ਕਿਸ ਤਰ੍ਹਾਂ ਦੀ ਟ੍ਰੇਨਿੰਗ ਇਸ ਫਾਰਮ ਤੇ ਪ੍ਰੋਵਾਈਡ ਕਰਦੇ ਹੋ? ਉਹ ਟ੍ਰੇਨਿੰਗ ਕਿੰਨੇ ਦਿਨ ਦੀ ਹੈ ਤੇ ਕਿਸਾਨ ਤੁਹਾਡੇ ਕੋਲ ਕਦੋਂ ਪਹੁੰਚ ਕਰਨ ਉਹ ਟ੍ਰੇਨਿੰਗ ਵਾਸਤੇ? ਸਰ, ਜਿਹੜੀਆਂ ਟ੍ਰੇਨਿੰਗਸ ਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਂ-ਸਮੇਂ ਤੇ ਟ੍ਰੇਨਿੰਗਸ ਲਗਾਉਂਦੀ ਰਹਿੰਦੀ ਹੈ। ਜਿੱਦਾਂ ਕਿ ਹੁਣ ਜਿਹੜਾ ਆਉਣ ਵਾਲਾ ਸਮਾਂ ਸਾਡਾ ਗਰਮ ਰੁੱਤ ਦਾ ਸਮਾਂ ਹੈ, ਸੋ ਗਰਮੀਆਂ ਦੇ ਵਿੱਚ ਜਿਹੜੀ ਅਸੀਂ ਟ੍ਰੇਨਿੰਗ ਹੈਗੀ 3 ਦਿਨ ਦੀ ਲਗਾਉਂਦੇ ਆ। ਸੋ 3 ਦਿਨ ਦੀ ਟ੍ਰੇਨਿੰਗ ਦੇ ਵਿੱਚ ਅਸੀਂ ਗਰਮ ਰੁੱਤ ਤੇ ਜ਼ਿਆਦਾ ਜ਼ੋਰ ਦੇਈਦਾ, ਤਾਂ ਕਿ ਫਾਰਮਰਸ ਜਿਹੜੇ ਆ ਬਟਨ ਢੀਂਗਰੀ ਦੇ ਨਾਲ ਗਰਮ ਰੁੱਤ ਵਾਲੀਆਂ ਖੁੰਬਾਂ ਵੀ ਲਗਾ ਸਕਣ। ਸੋ ਇਸ ਕਰਕੇ ਜਿਹੜੀ 3 ਦਿਨ ਦੀ ਟ੍ਰੇਨਿੰਗ ਹੁੰਦੀ ਹੈ, ਇਹਦੇ ਵਿੱਚ ਅਸੀਂ ਲੈਕਚਰਸ ਵੀ ਦਿੰਦੇ ਆ। ਸਾਡੇ ਜਿਹੜੇ ਜਿੰਨੇ ਵੀ ਮਾਹਰ ਨੇ ਸਾਰੇ, ਉਹ ਤੱਕ ਯੂਨੀਵਰਸਿਟੀ ਵੱਲੋਂ ਲੈਕਚਰਸ ਦਿੰਦੇ ਆ। ਉਹ ਤੋਂ ਇਲਾਵਾ ਫਾਰਮ ਤੇ ਆ ਕੇ ਉਹ ਹੈਂਡਸ ਔਨ ਟ੍ਰੇਨਿੰਗ ਕਰਦੇ ਨੇ, ਤਾਂ ਕਿ ਇੱਕ ਵਾਰੀ ਉਹਨਾਂ ਦੇ ਹੱਥੀਂ ਕੰਮ ਨਿਕਲ ਜਾਂਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿੱਦਾਂ ਦਾ ਕੰਮ ਸ਼ੁਰੂ ਕਰਨਾ ਤੇ ਕਿੱਦਾਂ ਅਸੀਂ ਉਹਦੀ ਦੇਖਭਾਲ ਕਰਨੀ ਹੈ, ਕਿੰਨਾ ਕੁ ਪਾਣੀ ਦੇਣਾ। ਸੋ ਇਹ ਜਿਹੜੇ ਹੈਂਡਸ ਔਨ ਟ੍ਰੇਨਿੰਗ ਹੈ, ਇਹ ਬਹੁਤ ਇੰਪੋਰਟੈਂਟ ਹੈਗੀ ਆ। ਉਸ ਤੋਂ ਇਲਾਵਾ ਸਰਦ ਰੁੱਤ ਦੇ ਵਿੱਚ ਅਸੀਂ 5 ਦਿਨ ਦੀ ਟ੍ਰੇਨਿੰਗ ਲਗਾਉਂਦੇ ਆ। ਸੋ ਜਿਹੜੀ ਇਹ 5 ਦਿਨ ਦੀ ਟ੍ਰੇਨਿੰਗ ਹੁੰਦੀ ਹੈ, ਇਹਦੇ ਵਿੱਚ ਅਸੀਂ ਜ਼ਿਆਦਾ ਜਿਹੜਾ ਜ਼ੋਰ ਦਿੰਦੇ ਆ ਉਹ ਸਰਦ ਰੁੱਤ ਵਾਲੀ ਖੁੰਬਾਂ ਤੇ ਦਿੰਦੇ ਆ। ਸੋ ਜਿਹੜੀ ਇਹ ਵਾਲੀਆਂ ਮਸ਼ਰੂਮਸ ਹੈਗੀਆਂ, ਉਹਦੇ ਵਿੱਚ ਵੀ ਹੈਂਡਸ ਔਨ ਟ੍ਰੇਨਿੰਗ, ਕਿੰਨਾ ਕੰਪੋਸਟ ਲਗਾਉਣਾ, ਕਿੱਦਾਂ ਕੰਪੋਸਟ ਬਣਾਉਣੀ ਹੈ, ਕਿਹੜੀਆਂ ਖਾਦਾਂ ਪਾਣੀਆਂ, ਉਹ ਸਾਰੀ ਜਾਣਕਾਰੀ ਜਿਹੜੀ ਹੈ ਅਸੀਂ ਟ੍ਰੇਨਿੰਗ ਦੇ ਵਿੱਚ ਦਿੰਦੇ ਆ। ਤੇ ਨਾਲ ਹੀ ਜਿਹੜੀ 5 ਦਿਨ ਦੀ ਟ੍ਰੇਨਿੰਗ ਹੈ ਸਰ, ਇਹਦੇ ਵਿੱਚ ਸਰਟੀਫਿਕੇਟ ਦਿੱਤਾ ਜਾਂਦਾ, ਜੋ ਕਿ ਸਾਨੂੰ ਅਗਰ ਅਸੀਂ ਸਬਸਿਡੀ ਲੈਣੀ ਹੈ ਤਾਂ ਸਾਨੂੰ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਇਹ ਟ੍ਰੇਨਿੰਗ ਦੇ ਕੋਈ ਚਾਰजेस ਵੀ ਲੈਂਦੇ ਹੋ? ਨਹੀਂ ਸਰ, ਨੋਮੀਨਲ ਚਾਰजेस ਨੇ, 50-100 ਰੁਪਏ ਚਾਰजेस ਜਿਹੜੇ ਯੂਨੀਵਰਸਿਟੀ ਦੇ ਆਪਣੇ ਚਾਰजेस ਨੇ, 50 ਰੁਪੀਜ਼ ਜਾਂ ਫਿਰ 100 ਰੁਪਏ ਜਿਹੜਾ ਚਾਰਜ ਹੈਗਾ, ਤਾਂ ਕਿ ਜਿਹੜੀ ਟ੍ਰੇਨਿੰਗ ਹੈ ਫਾਰਮਰ ਦੂਰੋਂ ਆ ਕੇ ਸਾਡੇ ਕੋਲ ਜਿਹੜੇ ਜੁੜਦੇ ਨੇ, ਤਾਂ ਕਿ ਉਹ ਟ੍ਰੇਨਿੰਗਸ ਜਿਹੜੀਆਂ ਲੈ ਕੇ ਫੇਰ ਹੀ ਕੰਮ ਸਟਾਰਟ ਕਰਨ। ਇਹ ਦੱਸੋ ਵੀ ਜਿਹੜਾ ਕੰਪੋਸਟ ਤਿਆਰ ਕਰਦੇ ਆ, ਉਹਦਾ ਕੀ ਢੰਗ ਤਰੀਕਾ ਹੈ?
ਸਰ ਜਿਹੜੀ ਕੰਪੋਸਟ ਤਿਆਰ ਕਰਦੇ ਹੋ ਉਹ 'ਚ ਅਸੀਂ ਵੱਖ-ਵੱਖ ਕਿਸਮ ਦੀਆਂ ਖਾਦਾਂ ਪਾਉਂਦੇ ਆ ਤੇ ਉਹਦੇ ਵਿੱਚ ਜਿੱਦਾਂ ਕਿਉਂਕਿ ਇਹ ਬਟਨ ਖੁੰਬਲੀ ਕੰਪੋਸਟ ਤਿਆਰ ਹੁੰਦੀ ਹੈ ਤੇ ਜਿਹੜੀਆਂ ਖਾਦਾਂ ਜਿੱਦਾਂ ਕਿ ਦੋ ਢੰਗਾਂ ਨਾਲ ਤਿਆਰ ਹੁੰਦੀ ਹੈ, ਲੌਂਗ ਮੈਥਡ ਆਫ ਕੰਪੋਸਟਿੰਗ ਤੇ ਸ਼ਾਰਟ ਮੈਥਡ ਆਫ ਕੰਪੋਸਟਿੰਗ ਹੁੰਦੀ ਹੈ ਤੇ ਉਹ ਜਿਹੜੀ ਕੰਪੋਸਟਿੰਗ ਤਿਆਰ ਕਰਨ ਤੋਂ ਬਾਅਦ ਫਿਰ ਅਸੀਂ ਜਿਹੜੇ ਅਲੱਗ-ਅਲੱਗ ਵੱਖ-ਵੱਖ ਕੈਮੀਕਲ ਪਾਉਂਦੇ ਆ, ਯੂਰੀਆ ਪਾਉਂਦੇ ਆ, ਪੋਟਾਸ਼ ਪਾਉਂਦੇ ਆ, ਉਹ ਕੈਮੀਕਲਸ ਪਾਉਣ ਤੋਂ ਬਾਅਦ ਹੀ ਜਿਹੜੀ ਹੈ ਤੁਹਾਡੀ ਕੰਪੋਸਟ ਤਿਆਰ ਹੁੰਦੀ ਹੈ। ਫਿਰ ਅਸੀਂ ਬਿਜਾਈ ਕਰਦੇ ਆ ਤੇ ਸਰ ਕਿਉਂਕਿ ਹੁਣ ਜਿਹੜਾ ਆਪਣੀ ਜਿਹੜੀ ਟਾਕ ਹੈ ਪਰਾਲੀ ਖੁੰਬ ਤੇ, ਮੈਂ ਥੋੜਾ ਜਿਹਾ ਪਰਾਲੀ ਖੁੰਬ ਵਾਲੀ ਵੀ ਜਾਣਾ ਚਾਹੁੰਦੀ ਹਾਂ ਕਿ ਜਿਹੜੀ ਪਰਾਲੀ ਖੁੰਬ ਹੈ ਅਸੀਂ ਪਰਾਲੀ ਤੇ ਲਾਉਂਦੇ ਆ, ਉਹਦਾ ਨਾਮ ਹੀ ਜਿਹੜਾ ਜਾਪਦਾ ਉਹ ਪਰਾਲੀ ਖੁੰਬ ਹੈ, ਪਰਾਲੀ ਤੇ ਲੱਗਦੀ ਹੈ। ਉਹ ਜਿਹੜੀ ਪਰਾਲੀ ਖੁੰਬ ਹੈ ਅਸੀਂ 2 ਤੋਂ 3 ਇੰਚ ਕੁਤਰਾ ਕਰ ਲੈਂਦੇ ਆ ਜੀ ਪਰਾਲੀ ਦਾ। ਹਾਂਜੀ, ਪਰਾਲੀ ਦਾ ਕੁਤਰਾ ਕਰਕੇ ਅਸੀਂ ਉਹਨੂੰ ਮਿਲਕੀ 'ਚ ਵਰਤ ਲੈਂਦੇ ਆ ਤੇ ਕਈ ਵਾਰੀ ਕੀ ਹੁੰਦਾ ਜੇ ਅਸੀਂ ਪਰਾਲੀ ਖੁੰਬ ਲਾਣੀ ਉਹਦੇ ਅਸੀਂ ਲੰਬੇ ਜਿਹੜੇ ਹੈਗੇ ਆ ਕਿਲੋ ਦੇ ਜਿਹੜੇ ਅਸੀਂ ਪੂਲੇ ਬਣਾਉਂਦੇ ਆ, ਉਹਨਾਂ ਪੂਲਿਆਂ ਦੇ ਨੂੰ ਦੋਨੋਂ ਸਾਈਡਾਂ ਤੋਂ ਬੰਨ ਕੇ ਅਸੀਂ ਗਿੱਲਾ ਕਰਕੇ ਫਿਰ ਉਹਦੇ ਵਿੱਚ ਜਿਹੜਾ ਦੂਜੇ ਦਿਨ ਜਿਹੜਾ ਢਲਾਨ ਤੇ ਰੱਖ ਦਿੰਦੇ ਆ ਤਾਂ ਕਿ ਵਾਧੂ ਪਾਣੀ ਜਿਹੜਾ ਉਹ ਨਿਕਲ ਜਾਵੇ। ਉਸ ਤੋਂ ਬਾਅਦ ਅਸੀਂ ਉਹਦੇ ਵਿੱਚ ਬੀਜ ਪਾਉਂਦੇ ਆ, ਅਲੱਗ-ਅਲੱਗ ਜਿਹੜਾ ਬੈੱਡ ਬਣਾਉਂਦੇ ਆ ਜਿਹਨੂੰ ਅਸੀਂ ਕਹਿੰਦੇ ਆ ਮਸ਼ਰੂਮ ਦਾ ਬੈੱਡ ਜਾਂ ਫਿਰ ਪਰਾਲੀ ਖੁੰਬਾਂ ਦਾ ਬੈੱਡ, ਉਹਨਾਂ ਦੇ ਵਿੱਚ ਹਰ ਇੱਕ ਤਹਿ ਦੇ ਵਿੱਚ 75 ਗ੍ਰਾਮ ਬੀਜ ਪਾਉਂਦੇ ਆ ਤੇ ਬੀਜ ਪਾਉਣ ਤੋਂ ਬਾਅਦ ਫਿਰ ਤੁਸੀਂ ਜਿਹੜਾ ਜਿੱਦਣ ਤੁਸੀਂ ਬਿਜਾਈ ਕਰਦੇ ਹੋ ਉਸ ਦਿਨ ਪਾਣੀ ਨਹੀਂ ਦੇਣਾ, ਦੂਜੇ ਉਹ ਤੋਂ ਨੈਕਸਟ ਡੇ ਤੁਸੀਂ ਪਾਣੀ ਸਟਾਰਟ ਕਰ ਦੇਣਾ ਤੇ ਡੇਲੀ ਪਾਣੀ ਦੇਣ ਤੋਂ ਬਾਅਦ 10 ਤੋਂ 12 ਦਿਨਾਂ ਦੇ ਵਿੱਚ ਜਿਹੜੇ ਛੋਟੇ ਕਿਣਕੇ ਨਜ਼ਰ ਆਉਣੇ ਲੱਗ ਜਾਂਦੇ ਆ ਤੇ ਇਹਦੀ ਜਿਹੜੀ ਪਰਾਲੀ ਖੁੰਬ ਦੀ ਜਿਹੜੀ ਸ਼ੈਲਫ ਲਾਈਫ ਹੈ ਥੋੜੀ ਘੱਟ ਹੈਗੀ ਹੈ, ਮਤਲਬ ਇਹ ਜੇ ਤੁਸੀਂ ਇੱਕ ਦਿਨ 'ਚ ਤੋੜਦੇ ਹੋ ਉਸੇ ਦਿਨ ਕੰਜ਼ਿਊਮ ਕਰਨੀ ਪੈਂਦੀ ਹੈ ਤੇ ਇਸ ਤੋਂ ਇਲਾਵਾ ਫਿਰ ਥੋੜੀ ਜਿਹੀ ਇਸ ਲਈ ਇਹਦੀ ਸਮੱਸਿਆ ਹੈਗੀ ਹੈ ਸ਼ੈਲਫ ਲਾਈਫ ਦੀ ਜੀ। ਪਰ ਆਮ ਤੌਰ ਤੇ ਡਾਕਟਰ ਸਾਹਿਬ ਆਪਾਂ ਦੇਖਿਆ ਜਦੋਂ ਵੀ ਕਿਸਾਨ ਕੋਈ ਪ੍ਰੋਡਕਟ ਤਿਆਰ ਕਰਦਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਸ਼ੈਲਫ ਲਾਈਫ ਘੱਟ ਹੈ, ਸ਼ੈਲਫ ਲਾਈਫ ਨੂੰ ਵਧਾਉਣ ਦਾ ਕੋਈ ਤਰੀਕਾ ਹੈ ਆਪਣੇ ਕੋਲ? ਸ਼ੈਲਫ ਲਾਈਫ ਸਰ ਵਧਾਉਣ ਲਈ ਖੁੰਬਾਂ ਦੀ ਸਾਨੂੰ ਵੈਲਿਊ ਐਡਡ ਪ੍ਰੋਡਕਟ ਬਣਾਉਣੇ ਚਾਹੀਦੇ ਆ ਜੀ। ਵੈਸੇ ਤਾਂ ਜਦੋਂ ਕਿਉਂਕਿ ਜਿਹੜੀ ਮਿਲਕੀ ਖੁੰਬ ਹੈ ਇਹ 3 ਤੋਂ 4 ਦਿਨ ਕੱਢ ਜਾਂਦੀ ਹੈ, ਪਰ ਜਿਹੜੀ ਪਰਾਲੀ ਖੁੰਬ ਹੈ ਇਹਨੂੰ ਬਣਾਉਣ ਦਾ ਮਤਲਬ ਇਹਦੀ ਸ਼ੈਲਫ ਲਾਈਫ ਜਿਹੜੀ ਹੈ ਘੱਟ ਹੈਗੀ ਹੈ। ਉਹਦੇ ਲਈ ਅਸੀਂ ਵੈਲਿਊ ਐਡਡ ਪ੍ਰੋਡਕਟ ਜਿੱਦਾਂ ਕਿ ਅਚਾਰ ਬਣਾ ਸਕਦੇ ਆ, ਸੁਕਾ ਸਕਦੇ ਆ ਖੁੰਬਾਂ ਨੂੰ ਸੁਕਾ ਕੇ, ਜਿੱਦਾਂ ਕਿ ਕਿਉਂਕਿ ਇਹਦੇ ਵਿੱਚ ਵਿਟਾਮਿਨ ਡੀ ਹੈ, ਅਰਗੋਸਟੀਰੋਲ ਹੁੰਦਾ ਖੁੰਬਾਂ ਦੇ ਵਿੱਚ, ਇਹ ਅਰਗੋਸਟੀਰੋਲ ਜਦੋਂ ਯੂਵੀ ਲਾਈਟ ਜਾਂ ਫਿਰ ਜਿਹੜੀ ਸਾਡੀ ਧੁੱਪ ਪੈਂਦੀ ਹੈ ਇਹ ਅਰਗੋਸਟੀਰੋਲ ਵਿਟਾਮਿਨ ਡੀ 'ਚ ਬਦਲ ਜਾਂਦਾ ਹੈ। ਸੋ ਅਸੀਂ ਧੁੱਪੇ ਸੁਕਾ ਸਕਦੇ ਹਾਂ ਖੁੰਬਾਂ ਨੂੰ। ਅੱਜ ਕੱਲ੍ਹ ਸਾਡੇ ਘਰ ਦੇ ਵਿੱਚ ਓਵਨ ਆ ਗਏ ਨੇ, ਮਾਈਕ੍ਰੋਵੇਵ ਆ ਗਏ ਨੇ, ਅਸੀਂ ਉਹਨਾਂ ਦੇ ਵਿੱਚ ਵੀ ਡਰਾਈ ਕਰ ਸਕਦੇ ਹਾਂ, ਜਾਂ ਤਾਂ ਤੁਸੀਂ ਡਰਾਈ ਕਰਕੇ ਐਜ਼ ਸੱਚ ਕੰਜ਼ਿਊਮ ਕਰ ਲਓ ਜਾਂ ਫਿਰ ਤੁਸੀਂ ਇਹਦਾ ਪਾਊਡਰ ਬਣਾ ਕੇ ਯੂਜ਼ ਕਰ ਸਕਦੇ ਹੋ। ਉਹ ਤੋਂ ਇਲਾਵਾ ਬਹੁਤ ਸਾਰੇ ਹੋਰ ਪ੍ਰੋਡਕਟਸ ਨੇ ਜਿੱਦਾਂ ਮਾਰਕੀਟ ਦੇ ਵਿੱਚ ਮੁਰੱਬਾ ਆਉਂਦਾ, ਇਹਨਾਂ ਦਾ ਕੈਂਡੀਜ਼ ਆਉਂਦੀਆਂ, ਤੋ ਇਦਾਂ ਦੇ ਪ੍ਰੋਡਕਟਸ ਜਿਹੜੇ ਹੈਗੇ ਆ ਉਹ ਬਣਾ ਕੇ ਜਿੰਨਾ ਤੋਂ ਜ਼ਿਆਦਾ ਆਪਾਂ ਮਤਲਬ ਲੋਕਾਂ ਨੂੰ ਕੰਜ਼ੰਪਸ਼ਨ ਜਿਹੜੀ ਹੈ ਉਹ ਕਰਨ ਮਸ਼ਰੂਮਸ ਦੀ। ਡਾਕਟਰ ਸਾਹਿਬ ਜਿਹੜਾ ਤੁਸੀਂ ਗੱਲ ਕੀਤੀ ਆ ਵੀ ਇਹਦੀ ਸ਼ੈਲਫ ਲਾਈਫ ਵਧਾਉਣ ਲਈ ਆਪਾਂ ਨੂੰ ਇਹ ਤਰੀਕੇ ਵਰਤਣੇ ਪੈਣਗੇ ਤੇ ਕਮਰਸ਼ੀਅਲ ਲੈਵਲ ਤੇ ਆਪਾਂ ਇਹਦਾ ਕੰਮ ਕਰ ਸਕਦੇ ਹਾਂ, ਇਹਦੇ ਇਕਨੋਮਿਕਸ ਕੀ ਨੇ? ਇਕਨੋਮਿਕਸ ਸਰ ਜੇ ਆਪਾਂ ਵੈਲਿਊ ਐਡਡ ਪ੍ਰੋਡਕਟਸ ਦੀ ਗੱਲ ਕਰਦੇ ਹਾਂ ਉਹਨਾਂ ਦੀ ਸਰ ਜਿਹੜਾ ਨਾਰਮਲ ਆਪਾਂ ਅਚਾਰ ਪਾਉਂਦੇ ਆਪਣੇ ਘਰ ਦੇ ਵਿੱਚ ਜਿਹੜੇ ਮਸਾਲੇ ਹੈਗੇ ਆ ਉਹ ਤਾਂ ਆਪਣੇ ਕੋਲ ਅਵੇਲੇਬਲ ਹੈਗੇ ਆ, ਸੋ ਆਪਾਂ ਉਦਾਂ ਹੀ ਉਹਦੀ ਸਾਰੇ ਜਿਹੜੀ ਆਪਾਂ ਕਰ ਸਕਦੇ ਹਾਂ ਵੈਲਿਊ ਐਡਡ ਪ੍ਰੋਡਕਟ ਬਣਾ ਸਕਦੇ ਹਾਂ। ਮਸ਼ਰੂਮ ਦਾ ਪੇਸਟ ਬਣਦਾ ਹੈਗਾ, ਉਹਦੇ ਪੇਸਟ ਬਣਨ ਤੇ ਵੀ 60 ਤੋਂ 70 ਰੁਪਏ ਖਰਚਾ ਆਉਂਦਾ ਤੇ ਜੇ ਆਪਾਂ ਮਾਰਕੀਟ ਦੇ ਵਿੱਚ 150 ਰੁਪਏ ਦਾ ਉਹ ਵੇਚੀਏ ਤੇ ਉਹਦੀ ਜਿਹੜੀ ਪ੍ਰੋਫਿਟ ਹੈਗਾ 60 ਤੋਂ 70% ਜਿਹੜਾ ਆਪਾਂ ਨੂੰ ਮਿਲ ਜਾਂਦਾ ਪ੍ਰੋਫਿਟ। ਖੁੰਬਾਂ ਨੂੰ ਲਾਉਣ ਦੀ ਜੀ ਕਿਉਂਕਿ ਖੁੰਬਾਂ ਦੀ ਇਕਨੋਮਿਕਸ ਦੀ ਗੱਲ ਕਰਦੇ ਜੀ, ਉਹਦੇ ਵਿੱਚ ਜਿਹੜਾ ਹੈਗਾ ਸਾਡਾ ਦੋਨੋਂ ਖੁੰਬਾਂ ਨੂੰ ਲਾਉਣ ਲਈ 60 ਤੋਂ 70 ਰੁਪਏ ਖਰਚਾ ਆਉਂਦਾ ਤੇ ਜਿਹੜੀ ਮਾਰਕੀਟ ਉਹਦੀ ਪ੍ਰਾਈਸ ਹੈਗੀ ਹੈ ਸਾਨੂੰ 100 ਰੁਪਏ 110 ਰੁਪਏ ਰੇਟ ਹੈਗਾ ਉਹ ਸਾਨੂੰ ਮਿਲ ਜਾਂਦਾ ਸੋ ਉਹਦੇ ਬੰਦੇ 40 ਤੋਂ 50 ਰੁਪਏ ਜਿਹੜਾ ਸਾਨੂੰ ਮੁਨਾਫਾ ਹੋ ਜਾਂਦਾ। ਦੱਸੋ ਤੁਹਾਨੂੰ ਲੱਗਦਾ ਨਹੀਂ ਇਸ ਤਰ੍ਹਾਂ ਵੀ ਇਹ ਜਿਹੜਾ ਖੁੰਬਾਂ ਦਾ ਕੰਮ ਹੈ ਇਹ ਥੋੜਾ ਲੇਬਰ ਇੰਟੈਂਸਿਵ ਹੈ? ਜੇ ਅਸੀਂ ਆਪਣੇ ਕੀ ਫੈਮਿਲੀ ਮੈਂਬਰਸ ਮੰਨ ਲਓ ਘਰ ਦੇ ਵਿੱਚ ਅਸੀਂ 4 ਫੈਮਿਲੀ ਮੈਂਬਰ ਆ, ਅਸੀਂ ਚਾਰੋਂ ਜਣੇ ਮਿਲ ਕੇ ਉਸ ਕੰਮ ਨੂੰ ਸ਼ੁਰੂ ਕਰ ਸਕਦੇ ਹਾਂ ਜੀ। ਤੋ 4 ਦੇ 4 ਬੰਦੇ ਜਿਹੜੇ ਆ ਉਸ ਕੰਮ ਵੱਲ ਅਕੂਪਾਈ ਆ, ਤੁਸੀਂ ਉਹਨੂੰ ਉਹਦੇ ਲਈ ਤੁਸੀਂ ਤੂੜੀ ਲੈ ਕੇ ਆਉਣੀ ਆ, ਉਹਦੇ ਲਈ ਪਰਾਲੀ ਲੈ ਕੇ ਆਉਣੀ ਆ, ਕੁਤਰਾ ਕਰਨਾ, ਫਿਰ ਉਹਦੇ ਵਿੱਚ ਬੀਜ ਪਾਉਣਾ, ਬੀਜ ਲੈ ਕੇ ਆਉਣਾ, ਉਹਦੀ ਦੇਖਭਾਲ ਕਰਨੀ ਆ। ਸੋ 4 ਦੇ 4 ਮੈਂਬਰ ਜਿਹੜੇ ਆ ਉਹਦੇ ਵਿੱਚ ਇਨਵੋਲਵ ਹੋ ਸਕਦੇ ਆ। ਸੋ ਲੇਬਰ ਇੰਟੈਂਸਿਵ ਜੌਬ ਦੇ ਨਾਲ ਤੁਹਾਨੂੰ ਉਹਨੂੰ ਰੁਝਾਨ ਉਹਦੇ ਵੱਲ ਬਹੁਤਾ ਦੇਣ ਦੀ ਲੋੜ ਪੈਂਦੀ ਜੀ। ਔਰ ਸਭ ਤੋਂ ਵੱਡੀ ਗੱਲ ਕਿ ਅਸੀਂ ਜਿਹੜਾ ਕਣਕ ਝੋਨੇ ਦਾ ਫਸਲੀ ਚੱਕਰ ਆ ਉਹ ਤੋਂ ਹਟ ਕੇ ਕੁਝ ਅਲੱਗ ਕਰ ਰਹੇ ਹਾਂ, ਕਿਉਂਕਿ ਮੁਸ਼ਕਲਾਂ ਜ਼ਰੂਰ ਆਉਂਦੀਆਂ ਨੇ ਪਰ ਤੁਸੀਂ ਦੱਸ ਰਹੇ ਹੋ ਕਿ ਇਹਦੇ ਵਿੱਚ ਫਾਇਦੇ ਵੀ ਬਹੁਤ ਨੇ। ਹੁਣ ਡਾਕਟਰ ਸਾਹਿਬ ਗੱਲ ਕਰੀਏ ਕਮਰਸ਼ੀਅਲ ਲੈਵਲ ਤੇ, ਇੱਕ ਛੋਟਾ ਯੂਨਿਟ ਆਪਾਂ ਲਗਾ ਲਿਆ, ਛੋਟੇ ਯੂਨਿਟ ਤੋਂ ਆਪਾਂ ਸ਼ੁਰੂਆਤ ਕਰ ਲਈ, ਆਪਣੀ ਚਾਲ ਬਣ ਗਈ, ਇਹ ਕੰਮ ਸ਼ੁਰੂਆਤ ਹੋ ਗਿਆ। ਹੁਣ ਹਰ ਕੋਈ ਵਿਅਕਤੀ ਜਦੋਂ ਵੀ ਇਹ ਕੰਮ ਸ਼ੁਰੂ ਕਰਦਾ ਉਹ ਚਾਹੁੰਦਾ ਕਿ ਮੈਨੂੰ ਵੱਡਾ ਯੂਨਿਟ ਹੋਵੇ, ਮੇਰੇ ਕੋਲ ਵੋਲੀਅਮ ਜ਼ਿਆਦਾ ਹੋਵੇ, ਮੇਰੀ ਮਾਰਕੀਟ ਵੱਡੀ ਹੋਵੇ ਤੇ ਤਾਂ ਕਿ ਮੈਂ ਇਹਨੂੰ ਕਮਰਸ਼ੀਅਲ ਲੈਵਲ ਤੇ ਕੰਮ ਕਰ ਸਕਾਂ। ਕੀ ਕਮਰਸ਼ੀਅਲ ਲੈਵਲ ਤੇ ਕੰਮ ਕਰਨ ਲਈ ਸਾਨੂੰ ਕਿਸ ਤਰ੍ਹਾਂ ਦਾ ਢਾਂਚਾ ਤਿਆਰ ਕਰਨਾ ਪਵੇਗਾ? ਸਰ ਜੇ ਅਸੀਂ ਕਮਰਸ਼ੀਅਲ ਦੀ ਗੱਲ ਕਰਦੇ ਹਾਂ, ਕਮਰਸ਼ੀਅਲ ਅਸੀਂ ਬਟਨ ਖੁੰਬ ਕਰ ਸਕਦੇ ਹਾਂ ਜਾਂ ਫਿਰ ਢੀਗਰੀ ਕਰਦੇ ਹਾਂ, ਕਿਉਂਕਿ ਪੰਜਾਬ 'ਚ ਮਾਰਕੀਟ ਬਟਨ ਤੇ ਢੀਗਰੀ ਦੀ ਬਹੁਤ ਜ਼ਿਆਦਾ ਹੈਗੀ ਆ।
ਸੋ ਕਮਰਸ਼ੀਅਲ ਲਈ ਸਾਨੂੰ ਇੱਕ ਤਾਂ ਪਾਸਚਰਾਈਜੇਸ਼ਨ ਟਨਲ ਦੀ ਲੋੜ ਪੈਂਦੀ ਹੈ, ਇੱਕ ਬੰਕਰ ਦੀ ਲੋੜ ਪੈਂਦੀ ਹੈ। ਉਹ ਤੋਂ ਇਲਾਵਾ ਤੁਸੀਂ 에ਅਰ ਹੈਂਡਲਿੰਗ ਯੂਨਿਟ ਲਾਉਂਦੇ ਹੋ ਜਿਹਦੇ ਵਿੱਚ ਤੁਸੀਂ ਸਾਰਾ ਸਾਲ ਉਹਦੀ ਪ੍ਰੋਡਕਸ਼ਨ ਕਰ ਸਕਦੇ ਹੋ। ਸੇ ਜਿਹੜੇ 에ਅਰ ਹੈਂਡਲਿੰਗ ਯੂਨਿਟਸ ਹੁੰਦੇ ਆ ਇਹਦੇ ਵਿੱਚ ਅਸੀਂ ਪ੍ਰੋਪਰ ਟੈਂਪਰੇਚਰ, ਪ੍ਰੋਪਰ ਹਿਊਮਿਡਿਟੀ ਉਹ ਆਟੋਮੈਟਿਕ ਤਰੀਕੇ ਨਾਲ ਕੰਟਰੋਲ ਕਰਦੇ ਆ। ਸੋ ਜੇ ਇਹ ਵਾਲੇ ਮਤਲਬ ਜੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਬੰਕਰ ਹੈਗਾ, ਟਨਲ ਹੈਗੀ ਆ ਤੇ 에ਅਰ ਹੈਂਡਲਿੰਗ ਯੂਨਿਟ ਹੈਗਾ ਤਾਂ ਇਹ ਲਗਾ ਕੇ ਅਸੀਂ ਜਿਹੜਾ ਸ਼ਾਰਟ ਮੈਥਡ ਆਫ ਕੰਪੋਸਟਿੰਗ ਅਪਣਾ ਕੇ ਸਾਰਾ ਸਾਲ ਜਿਹੜੀ ਆ ਪ੍ਰੋਡਕਸ਼ਨ ਕਰ ਸਕਦੇ ਆ, ਤਾਂ ਕਿ ਨਾਲ ਦੀ ਨਾਲ ਤੁਸੀਂ ਇਸ ਮਸ਼ਰੂਮ ਨੂੰ ਅਲੱਗ-ਅਲੱਗ ਡਿਸਟ੍ਰਿਕਟਸ ਦੇ ਵਿੱਚ, ਅਲੱਗ-ਅਲੱਗ ਸਟੇਟਸ ਦੇ ਵਿੱਚ ਵੀ ਟਰਾਂਸਪੋਰਟੇਸ਼ਨ ਕਰ ਸਕਦੇ ਹੋ। ਡਾਕਟਰ ਸਾਹਿਬ, ਖੇਤੀ ਖੇਤਰ ਵਿੱਚ ਸਾਡੇ ਲਈ ਮੁਸ਼ਕਲਾਂ ਬਹੁਤ ਸਾਰੀਆਂ ਨੇ ਕਿ ਅਕਸਰ ਆਪਾਂ ਗੱਲ ਕਰਦੇ ਹਾਂ ਕਿ ਨਾੜ ਨੂੰ ਅਸੀਂ ਕਈ ਵਾਰ ਅੱਗ ਲਗਾ ਦਿੰਦੇ ਹਾਂ, ਜਿੰਨਾ ਸਾਡਾ ਵਾਤਾਵਰਨ ਵੀ ਜਿਹੜਾ ਖਰਾਬ ਹੁੰਦਾ। ਹੁਣ ਜਦੋਂ ਤੁਸੀਂ ਪਰਾਲੀ ਖੁੰਬ ਦੀ ਗੱਲ ਕੀਤੀ ਹੈ, ਪਰਾਲੀ ਖੁੰਬ ਦੇ ਵਿੱਚ ਸਿਰਫ ਪਰਾਲੀ ਯੂਜ਼ ਹੁੰਦੀ ਹੈ ਜਾਂ ਕੁਝ ਹੋਰ ਵੀ ਯੂਜ਼ ਕਰ ਸਕਦੇ ਹਾਂ? ਸਰ ਜੇ ਅਸੀਂ ਪਰਾਲੀ ਖੁੰਬ ਦੀ ਗੱਲ ਕਰਦੇ ਹਾਂ, ਕਿਉਂਕਿ ਇੱਕ ਤਾਂ ਸਾਡਾ ਦੇਖੋ ਵਾਤਾਵਰਨ, ਪਰਾਲੀ ਦੀ ਸਾਡੇ ਲਈ ਬਹੁਤ ਵੱਡੀ ਸਮੱਸਿਆ। ਅਸੀਂ ਵਾਤਾਵਰਨ ਜਿਹੜਾ ਸਾਡਾ ਪ੍ਰਦੂਸ਼ਿਤ ਹੋ ਰਿਹਾ ਜਦੋਂ ਕਣਕਾਂ ਨੂੰ ਜਾਂ ਫਿਰ ਪਰਾਲੀ ਨੂੰ ਦੀ ਨਾੜ ਨੂੰ ਅਸੀਂ ਅੱਗ ਲਾਉਂਦੇ ਹਾਂ, ਤਾਂ ਇਹ ਇੱਕ ਬਹੁਤ ਹੀ ਅੱਛਾ ਆਪਸ਼ਨ ਹੈਗਾ। ਜੇ ਅਸੀਂ ਜਿਹੜੀ ਪਰਾਲੀ ਖੁੰਬ ਹੈ ਅਸੀਂ ਉਹ 'ਚ ਕੱਲੀ ਪਰਾਲੀ ਯੂਜ਼ ਕਰਦੇ ਹਾਂ, ਕੋਈ ਤੂੜੀ ਯੂਜ਼ ਨਹੀਂ ਕਰਦੇ। ਪਰਾਲੀ ਦੇ ਪੂਲੇ ਬਣਾਉਣੇ ਆ, ਬਣਾ ਕੇ ਅਸੀਂ ਉਹਨਾਂ ਦੇ ਵੱਡੇ ਵੱਡੇ ਕਿਲੋ 1.5 ਕਿਲੋ ਦੇ ਪੂਲੇ ਹੁੰਦੇ ਆ, ਉਹਨਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਉਹਦੇ ਵਿੱਚ ਬੀਜ ਪਾਉਂਦੇ ਆ ਤੇ ਬੀਜ ਪਾ ਕੇ ਜਿਹੜੀਆਂ ਖੁੰਬਾਂ ਉਗਾ ਲੈਂਦੇ ਆ। ਤੇ ਜੇ ਅਸੀਂ ਮਿਲਕੀ ਦੀ ਗੱਲ ਕਰਦੇ ਆ, ਮਿਲਕੀ ਦੇ ਵਿੱਚ ਅਸੀਂ ਅੱਧੀ ਤੂੜੀ ਅੱਧੀ ਪਰਾਲੀ ਦੋਨਾਂ ਦੀ ਵਰਤੋਂ ਕਰਦੇ ਆ। ਉਹਦੇ ਵਿੱਚ ਅਸੀਂ 2 ਤੋਂ 3 ਇੰਚ ਕੁਤਰਾ ਕਰਕੇ ਪਰਾਲੀ ਦਾ ਉਹਦੀ ਵਰਤੋਂ ਕਰਦੇ ਆ। ਸੋ ਇਸੇ ਕਰਕੇ ਵੀ ਜਿਹੜਾ ਪਰਾਲੀ ਦੀ ਵਰਤੋਂ ਜਿਹੜੀ ਹੈ ਉਹ ਸਾਡੇ ਖੁੰਬਾਂ ਦੇ ਕਾਸ਼ਤ ਦੇ ਵਿੱਚ ਜਿਹੜੀ ਹੈ ਕਿਸੇ ਨਾ ਕਿਸੇ ਢੰਗ ਨਾਲ ਜ਼ਰੂਰ ਹੁੰਦੀ ਹੈ। ਇਸ ਤੋਂ ਇਲਾਵਾ ਹੁਣ ਜਦੋਂ ਅਸੀਂ ਯੂਨਿਟ ਸਟਾਰਟ ਕਰਦੇ ਆ, ਸਰਕਾਰੀ ਸਹੂਲਤ ਕੀ ਹੈ? ਸਰਕਾਰੀ ਸਹੂਲਤ ਦੇ ਵਿੱਚ ਜਿਹੜਾ ਹੈਗਾ ਸਾਨੂੰ 40% ਜਿਹੜੀ ਸਾਨੂੰ ਸਬਸਿਡੀ ਸਰਕਾਰ ਮੁਹੱਈਆ ਕਰਾਉਂਦੀ ਆ, ਉਹਦੇ ਲਈ ਸਾਨੂੰ ਬਾਗਵਾਨੀ ਵਿਭਾਗ ਵਾਲਿਆਂ ਨਾਲ ਸੰਪਰਕ ਕਰਨਾ ਪੈਂਦਾ। ਸੋ ਜੇ ਤਾਂ ਅਸੀਂ ਕੰਪੋਸਟਿੰਗ ਯੂਨਿਟ ਲਾਣਾ ਉਹਦੇ ਤੇ ਆਪਣੀ ਸਬਸਿਡੀ ਹੈਗੀ ਹੈ, 40% ਸਬਸਿਡੀ ਹੈ। ਜੇ ਅਸੀਂ 에ਅਰ ਹੈਂਡਲਿੰਗ ਯੂਨਿਟ ਲਗਾਉਣਾ ਉਹਦੇ ਤੇ ਵੀ 40% ਸਬਸਿਡੀ ਹੈਗੀ ਹੈ। ਸੋ ਉਹਦੇ ਲਈ ਸਾਨੂੰ ਜਿਹੜੀਆਂ ਸਹੂਲਤਾਂ ਲਈ ਸਾਨੂੰ ਆਪਣੀ ਇੱਕ ਡਿਟੇਲ ਪ੍ਰੋਗਰੈਸਿਵ ਰਿਪੋਰਟ ਬਣਾਉਣ ਦੀ ਲੋੜ ਪੈਂਦੀ ਆ। ਉਹਦੇ ਲਈ ਤੁਸੀਂ ਜਿਹੜਾ ਬਾਗਵਾਨੀ ਵਿਭਾਗ ਵਾਲਿਆਂ ਨਾਲ ਕੰਟੈਕਟ ਕਰਕੇ ਤੇ ਜਿਹੜੇ ਜਿੱਥੇ ਵੀ ਮਾਹਰ ਬੈਠੇ ਆ ਉਹਨਾਂ ਨਾਲ ਵੀ ਸੰਪਰਕ ਕਰਕੇ ਤੁਸੀਂ ਆਪਣੀ ਡਿਟੇਲ ਰਿਪੋਰਟ ਬਣਾਓ ਕਿ ਕਿੰਨੇ ਤੁਹਾਡੇ ਉਹਦੇ ਵਿੱਚ ਖਰਚੇ ਆਉਣੇ ਆ, ਉਹ ਸਾਰੀ ਜਿਹੜੀ ਹੈ ਰਿਪੋਰਟ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਸਹੂਲਤ ਤੁਹਾਨੂੰ ਆਸਾਨੀ ਨਾਲ ਮਿਲ ਸਕੇ। ਪਰ ਟ੍ਰੇਨਿੰਗ ਲਾਜ਼ਮੀ ਹੈ? ਓਨਲੀ ਟ੍ਰੇਨਿੰਗ ਉਹਦੇ ਲਈ ਲਾਜ਼ਮੀ ਹੈ, ਸਰਟੀਫਿਕੇਟ ਲਾਜ਼ਮੀ ਹੈ। ਅਗਰ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੈਗਾ, ਕਿਸੇ ਪ੍ਰਾਈਵੇਟ ਇੰਸਟੀਚਿਊਟ ਤੋਂ ਸਰਟੀਫਿਕੇਟ ਲਿੱਤਾ, ਫਿਰ ਵੀ ਉਹ ਵੈਲਿਡ ਨਹੀਂ ਹੈਗਾ। ਸੋ ਕੋਸ਼ਿਸ਼ ਕਰੋ ਜਿਹੜੀ ਟ੍ਰੇਨਿੰਗ ਲਗਾਣੀ ਆ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਗਾਈਏ ਜਾਂ ਫਿਰ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਲਗਾ ਕੇ ਉੱਥੇ ਹੀ ਜਿਹੜਾ ਸਰਟੀਫਿਕੇਟ ਹੈਗਾ ਉਹ ਲੈ ਸਕੀਏ ਤਾਂ ਕਿ ਅਸੀਂ ਸਹੂਲਤ ਦਾ ਫਾਇਦਾ ਲੈ ਸਕੀਏ। ਜੀ, ਸੋ ਕਿਸਾਨ ਵੀਰੋ, ਡਾਕਟਰ ਸਾਹਿਬ ਦੱਸ ਰਹੇ ਨੇ ਕਿ ਸਾਡੇ ਕੋਲ ਹੱਲ ਬਹੁਤ ਨੇ, ਪਰ ਜਦੋਂ ਵੀ ਅਸੀਂ ਖੇਤੀ ਖੇਤਰ ਵਿੱਚ ਵਿਭਿੰਨਤਾ ਵੱਲ ਜਾਣਾ, ਸਹਾਇਕ ਕਿੱਤੇ ਨੂੰ ਅਪਣਾਉਣਾ, ਤੇ ਸਾਨੂੰ ਮਾਹਿਰਾਂ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਜਿਹੜੀ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਉਹਨਾਂ ਦੇ ਨਾਲ ਜੁੜਨਾ ਪਏਗਾ, ਮਾਹਿਰਾਂ ਦੀ ਰਾਏ ਲੈਣੀ ਪਏਗੀ। ਔਰ ਡਾਕਟਰ ਸਾਹਿਬ ਨੇ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਵਿੱਚ ਸਾਡੇ ਲਈ ਬਹੁਤ ਲਾਹੇਵੰਦ ਜਿਹੜਾ ਤਰੀਕਾ ਹੈ, ਸਾਨੂੰ ਬਹੁਤ ਫਾਇਦਾ ਹੋ ਸਕਦਾ ਇਹਦਾ, ਔਰ ਇਹਦੇ ਵਿੱਚ ਅਸੀਂ ਆਪਣੀ ਆਮਦਨ ਵਾਧਾ ਕਰ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਖੁੰਬਾਂ ਦੀ ਕਾਸ਼ਤ ਸੰਬੰਧੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਕਿਸਾਨ ਦੋਸਤੋ, ਅਗਲੇ ਸਫ਼ਰ ਤੇ ਫਿਰ ਮਿਲਾਂਗੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।